ਹਾਜ਼ਰੀਨ ਮੁਆਜ਼ਜ਼ ਅਫਰਾਦ ਉਡਾਨ ਇੰਸਟੀਚਿਊਟ ਦੇ ਆਨਲਾਈਨ ਕਲਾਸ ਦੇ ਵਿੱਚ ਤੁਹਾਡਾ ਖੈਰ ਮਕਦਮ ਹੈ। ਤੋ ਮਾਸਟਰ ਕੇਡਰ ਦੇ ਸੰਦਰਭ ਦੇ ਵਿੱਚ ਸਾਡੇ ਆਨਲਾਈਨ ਕਲਾਸਾਂ ਦਾ ਜਿਹੜੀ ਸ਼੍ਰੰਖਲਾ ਚੱਲੀ ਹੋਈ ਹੈਗੀ ਆ ਉਸੇ ਦੇ ਤਹਿਤ ਉਸੇ ਕੜੀ ਦੀ ਅਗਲੀ ਕੜੀ ਦੇ ਵਿੱਚ ਜਿਹੜਾ ਹੈਗਾ ਅਸੀਂ ਅੱਜ ਦਾ ਵਿਖਿਆਨ ਪ੍ਰਸਤੁਤ ਕਰਾਂਗੇ। ਤੋ MCQ ਵਾਲਾ ਅਸੀਂ ਸਿਸਟਮ ਚਲਾਇਆ ਹੋਇਆ ਹੈ ਜਿਹਦੇ ਨਾਲ ਤਿਆਰੀ ਵੀ ਹੋ ਜਾਂਦੀ ਹੈਗੀ ਔਰ ਪੁਰਾਣੇ ਜਿਹੜੇ ਕੁਐਸਚਨ ਹੋਏ ਹੈਗੇ ਨੇ ਉਹਨਾਂ ਦਾ ਦੁਹਰਾਓ ਵੀ ਹੋ ਜਾਂਦਾ ਹੈ। ਤੋ ਪਹਿਲਾ ਸਾਡੇ ਕੋਲ ਇੱਥੇ ਅੱਜ ਕੁਐਸਚਨ ਹੈਗਾ ਹੈ ਕਿ ਕਿਸ ਲੇਖਕ ਦੀ ਕਾਵਿ ਸਵੈ ਜੀਵਨੀ ਆਰਸੀ ਵਿੱਚ ਪ੍ਰਕਾਸ਼ਿਤ ਹੋ ਚੁੱਕੀ ਹੈ। ਤੋ ਇੱਥੇ ਸਾਡੇ ਕੋਲ ਜਿਹੜੇ ਹੈਗੇ ਨੇ ਉਹ ਚਾਰ ਲੇਖਕ ਹੈਗੇ ਨੇ, ਚਾਰ ਕਵੀ ਹੈਗੇ ਨੇ ਜਿਨ੍ਹਾਂ ਦਾ ਥੱਲੇ ਆਇਆ ਹੋਇਆ ਹੈਗਾ, ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਅਸੀਂ ਚੁਣਨਾ ਹੈਗਾ। ਤੋ ਇੱਕ ਜਿਹੜਾ ਆਰਸੀ ਹੈਗਾ ਹੈ, ਆਰਸੀ ਇੱਕ ਮੂਲ ਸਵੈ ਜੀਵਨੀ ਵੀ ਹੈ ਪ੍ਰਿੰਸੀਪਲ ਤੇਜਾ ਸਿੰਘ ਦੀ। ਇੱਕ ਧਿਆਨ ਰੱਖਿਆ ਜਾਵੇ, ਪ੍ਰਿੰਸੀਪਲ ਤੇਜਾ ਸਿੰਘ ਦੀ ਇਹ ਸਵੈ ਜੀਵਨੀ ਵੀ ਹੈਗੀ ਹੈ ਆਰਸੀ। ਉਹਦੇ ਵਿੱਚ ਉਹਨਾਂ ਨੇ ਆਪਣੇ ਬਚਪਨ ਤੋਂ ਲੈ ਕੇ ਉਹਨਾਂ ਦੇ ਲਾਸਟ 1951 ਤੱਕ ਦਾ, 1958 ਦੇ ਵਿੱਚ ਤਾਂ ਉਹ ਚਲਾਣਾ ਹੀ ਕਰ ਗਿਆ, 1951 ਤੱਕ ਦਾ ਉਹਨਾਂ ਨੇ ਉਹਦੇ ਵਿੱਚ ਹਾਲ ਦਰਜ ਕੀਤਾ ਹੈਗਾ, ਸਾਰਾ ਆਪਣੇ ਜੀਵਨ ਦੀਆਂ ਘਟਨਾਵਾਂ ਦਾ ਵਿਵਰਣ ਦਿੱਤਾ ਹੈਗਾ ਪ੍ਰਿੰਸੀਪਲ ਤੇਜਾ ਸਿੰਘ। ਮੂਲ ਰੂਪ ਦੇ ਵਿੱਚ ਆਰਸੀ ਵੀ ਹੈਗੀ ਇੱਕ ਸਵੈ ਜੀਵਨੀ। ਤੇ ਇਹਨਾਂ ਦੇ ਵਿੱਚੋਂ ਜਿਹੜੀ ਹੈਗੀ ਆ ਕਾਵਿ ਸਵੈ ਜੀਵਨੀ ਜਿਹੜੀ ਹੈਗੀ ਆ, ਜਿਹੜਾ ਇਹਦਾ ਆਨਸਰ ਸਾਡਾ ਹੈਗਾ ਉਹ ਹੈਗਾ ਜਸਵੰਤ ਸਿੰਘ ਨੇਕੀ। ਜਸਵੰਤ ਸਿੰਘ ਨੇਕੀ ਦੀ ਜਿਹੜੀ ਹੈਗੀ ਆ ਉਹ ਕਾਵਿ ਸਵੈ ਜੀਵਨੀ ਜਿਹੜੀ ਹੈਗੀ ਆ ਉਹ ਆਰਸੀ ਦੇ ਵਿੱਚ ਪਬਲਿਸ਼ ਹੋ ਚੁੱਕੀ ਹੈਗੀ ਹੈ ਜਾਂ ਉਹਨੂੰ ਇਹਦੇ ਵਿੱਚ ਆ ਚੁੱਕੀ ਹੈਗੀ ਹੈ। ਨੈਕਸਟ ਹੈ ਸਰਬ-ਨਿਰੰਤਰ ਕਿਸ ਕਵੀ ਦੀ ਸਮੁੱਚੀ ਰਚਨਾ ਦਾ ਸੰਗ੍ਰਹਿ ਹੈ। ਇੱਥੇ ਸਾਡੇ ਕੋਲ ਜਿਹੜਾ ਹੈਗਾ ਚਾਰ ਆਪਸ਼ਨਸ ਨੇ। ਤੋ ਜਿਹੜਾ ਸਰਬ ਨਿਰੰਤਰ ਹੈਗਾ ਉਹ ਡਾਕਟਰ ਜਸਵੰਤ ਸਿੰਘ ਨੇਕੀ ਦੀ ਸਗਲੀ ਰਚਨਾ ਹੈਗੀ, ਜਿਹੜੀ ਉਹਨਾਂ ਦੀ ਸਮੁੱਚੀ ਰਚਨਾ ਹੈਗੀ ਆ ਉਹ ਇਹਦੇ ਵਿੱਚ ਜਿਹੜੀ ਹੈਗੀ ਆ ਮਿਲਦੀ ਹੈਗੀ ਆ। ਤੋ ਸਰਬ ਨਿਰੰਤਰ ਉਸ ਦੇ ਅੰਤਰਗਤ ਜਿਹੜਾ ਹੈਗਾ ਸਮੁੱਚੀ ਰਚਨਾ ਨੂੰ ਉਹਦੇ ਵਿੱਚ ਇੱਕ ਸੰਗ੍ਰਹਿ ਛਾਪਿਆ ਹੈਗਾ, ਜਿਹੜਾ ਜਸਵੰਤ ਸਿੰਘ ਨੇਕੀ ਦੀਆਂ ਸਗਲੀਆਂ ਰਚਨਾਵਾਂ ਦਾ, ਉਹਨਾਂ ਦੀਆਂ ਕਾਵਿ ਰਚਨਾਵਾਂ ਦਾ ਸੰਗ੍ਰਹਿ ਹੈਗਾ। ਸਾਹਿਤ ਇਤਿਹਾਸ ਲਈ ਵਧੇਰੇ ਪ੍ਰਮਾਣਿਕ ਹੈ। ਹੱਥ ਲਿਖਤ ਦਾ ਉਤਾਰਾ, ਰਚਨਾ ਦਾ ਅਨੁਵਾਦ, ਇਤਿਹਾਸਕ ਪੁਸਤਕ, ਲੇਖਕ ਦੀ ਨਿੱਜੀ ਲਿਖਤ। ਇਹਦੇ ਵਿੱਚ ਸਭ ਤੋਂ ਜਿਹੜਾ ਅਹਿਮ ਪਹਿਲੂ ਹੈਗਾ ਜਿਹੜਾ ਸਾਹਿਤ ਇਤਿਹਾਸ ਵਾਸਤੇ ਉਹ ਹੈਗਾ ਇਹਦੇ ਵਿੱਚ ਸਾਡਾ ਲੇਖਕ ਦੀ ਨਿੱਜੀ ਲਿਖਤ ਜ਼ਰੂਰੀ ਹੈ। ਜਿਹੜਾ ਹੱਥ ਲਿਖਤ ਦਾ ਉਤਾਰਾ ਹੈਗਾ, ਠੀਕ ਹੈ, ਇਹ ਜ਼ਰੂਰੀ ਹੈਗਾ। ਹੱਥ ਲਿਖਤ ਦਾ ਉਤਾਰਾ ਵੀ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਸਾਰਥਿਕਤਾ ਰੱਖਦਾ ਹੈ, ਪਰੰਤੂ ਜਦੋਂ ਹੱਥ ਲਿਖਤ ਦਾ ਉਤਾਰਾ ਕੀਤਾ ਜਾਂਦਾ ਮੂਲ ਰੂਪ ਦੇ ਵਿੱਚ ਜ਼ਿਆਦਾਤਰ ਉਹਦੇ ਵਿੱਚ ਅਨੁਵਾਦ ਵਰਗੀਆਂ ਸਮੱਸਿਆਵਾਂ ਆ ਜਾਂਦੀਆਂ ਨੇ, ਉਦੋਂ ਪ੍ਰੋਬਲਮ ਆਉਂਦੀ ਹੈਗੀ ਹੈ। ਤੋ ਇਸ ਕਰਕੇ ਹੱਥ ਲਿਖਤ ਦਾ ਉਤਾਰਾ ਕੋਈ ਪ੍ਰਮਾਣਿਕ ਨਹੀਂ ਹੁੰਦਾ ਤੇ ਨਾ ਹੀ ਰਚਨਾ ਦਾ ਅਨੁਵਾਦ ਹੁੰਦਾ ਹੈਗਾ। ਅਨੁਵਾਦ ਵੱਖਰੀ ਚੀਜ਼ ਹੈ, ਸਾਹਿਤ ਦਾ ਇਤਿਹਾਸ, ਹਿਸਟਰੀ ਆਫ ਲਿਟਰੇਚਰ ਵੱਖਰੀ ਪਹਿਲੂ ਹੈਗਾ। ਇਸ ਕਰਕੇ ਅਨੁਵਾਦ ਦੀ ਵੀ ਕੋਈ ਸਰਬੰਗਤਾ ਜਿਹੜੀ ਹੈਗੀ ਆ ਉਹ ਨਹੀਂ ਹੈਗੀ। ਕਿਸੇ ਰਚਨਾ ਦਾ ਕੋਈ ਅਨੁਵਾਦ ਜਿਹੜਾ ਹੈ ਕਿਸੇ ਹਿਸਟਰੀ ਆਫ ਲਿਟਰੇਚਰ ਵਾਸਤੇ ਜ਼ਰੂਰੀ ਨਹੀਂ ਹੁੰਦਾ। ਅਨੁਵਾਦ ਕਰਦਿਆਂ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਹੈਗੀਆਂ ਨੇ। ਕਾਰਨ ਕੀ ਹੈਗਾ? ਹੁਣ ਤੁਸੀਂ ਜੇਕਰ ਦਬਸਤਾਨੇ ਮਜ਼ਾਹਿਬ ਦਾ ਅਨੁਵਾਦ ਪੜ੍ਹੋ ਤੋ ਡਾਕਟਰ ਗ੍ਰੇਗਰੀ ਨੇ ਉਹਦਾ ਅਨੁਵਾਦ ਕੀਤਾ ਹੈਗਾ, ਮੁਹੰਮਦੀਆ ਯੂਨੀਵਰਸਿਟੀ ਦਾ ਪ੍ਰੋਫੈਸਰ ਹੈ, ਤੇ ਉਹ ਜਦੋਂ ਅਨੁਵਾਦ ਕਰਦਾ ਦਬਸਤਾਨੇ ਮਜ਼ਾਹਿਬ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦਾ ਮੀਰੀ ਪੀਰੀ ਦੀ ਤਲਵਾਰ ਧਾਰਨ ਕਰਨ ਵੇਲੇ ਦਾ ਵਾਕਿਆ ਉਹਦੇ ਵਿੱਚ ਆਉਂਦਾ ਹੈਗਾ। ਉਹਦੀ ਇੱਕ ਲਾਈਨ ਹੈ, ਗੁਰੂ ਹਰਗੋਬਿੰਦ ਪਿਦਰਸੇ ਖਿਲਾਫੇ ਹਥਿਆਰ ਬਸਤਾ, ਫਾਰਸੀ ਦੇ ਵਿੱਚ, ਤੇ ਉਹਨੇ ਹੂ ਬਹੂ ਉਹਦਾ ਅਨੁਵਾਦ ਕੀਤਾ ਹੈਗਾ ਕਿ ਗੁਰੂ ਹਰਗੋਬਿੰਦ ਨੇ ਆਪਣੇ ਪਿਤਾ ਦੇ ਵਿਰੁੱਧ ਹਥਿਆਰਾਂ ਨੂੰ ਚੁੱਕ ਲਿਆ। ਹਾਲਾਂਕਿ ਉਸ ਲਾਈਨ ਟੂ ਲਾਈਨ ਦਾ ਅਨੁਵਾਦ ਸਹੀ ਹੈ, ਪਰੰਤੂ ਗੁਰੂ ਹਰਗੋਬਿੰਦ ਨੇ ਆਪਣੇ ਪਿਤਾ ਦੀ ਨਰਮ ਨੀਤੀ ਵਿਰੁੱਧ ਹਥਿਆਰਾਂ ਨੂੰ ਚੱਕਿਆ ਸੀਗਾ, ਉਹਨਾਂ ਦੇ ਵਿਰੁੱਧ ਨਹੀਂ ਸੀ ਚੱਕਿਆ ਉਹਨਾਂ ਨੇ, ਕਿਉਂਕਿ ਉਸ ਲੇਖਕ ਨੂੰ ਜਿਹੜਾ ਹੈਗਾ ਹੈ ਉਹ ਸਾਡੇ ਧਰਮ ਦਾ, ਕਲਚਰ ਦਾ ਪਤਾ ਨਹੀਂ ਹੈਗਾ। ਇਸ ਕਰਕੇ ਉਹਨੇ ਹੂ ਬਹੂ ਅਨੁਵਾਦ ਕੀਤਾ, ਜਿਸ ਕਰਕੇ ਪੂਰੀ ਦਾ ਪੂਰੀ ਰਚਨਾ ਦਾ ਸਤਿਆਨਾਸ਼ ਵੱਜ ਗਿਆ। ਤੋ ਇਸ ਕਰਕੇ ਜਿਹੜਾ ਹੈਗਾ ਕਿਸੇ ਰਚਨਾ ਦਾ ਅਨੁਵਾਦ ਹੈਗਾ ਜਾਂ ਉਹ ਵੀ ਇਸ ਵਾਸਤੇ ਜ਼ਰੂਰੀ ਨਹੀਂ ਹੁੰਦਾ। ਔਰ ਤੀਸਰਾ ਜਿਹੜਾ ਇਹਦੇ ਵਿੱਚ ਪਹਿਲੂ ਹੈਗਾ ਸਾਡੇ ਕੋਲ ਉਹ ਹੈ ਇਤਿਹਾਸਕ ਪੁਸਤਕ। ਇਤਿਹਾਸਕ ਪੁਸਤਕਾਂ ਵੀ ਜਿਹੜੀਆਂ ਹੈਗੀਆਂ ਸਾਹਿਤ ਦੇ ਇਤਿਹਾਸ ਲਈ ਢੁਕਵੀਆਂ ਨਹੀਂ ਹੁੰਦੀਆਂ। ਉਹਦੇ ਵਿੱਚ ਕਿਸੇ ਖਾਸ ਜਮਾਤ ਨੂੰ ਕਈ ਵਾਰ ਟਾਰਗੇਟ ਕੀਤਾ ਹੁੰਦਾ ਹੈ। ਜੇਕਰ ਉਦਾਹਰਨ ਅਸੀਂ ਲੈ ਲਈਏ ਅਸਰਾਰ-ਏ-ਸਮਦੀ ਦੀ, ਹੁਣ ਅਸਰਾਰ-ਏ-ਸਮਦੀ ਦੇ ਵਿੱਚ ਜਿਹੜਾ ਉਹਦਾ ਲੇਖਕ ਹੈਗਾ ਹੈ ਉਹ ਸਿੱਖਾਂ ਵਾਸਤੇ ਸਗ ਸ਼ਬਦ, ਕੁੱਤਾ ਸ਼ਬਦ ਵਰਤਦਾ ਹੈ, ਤੇ ਸਿੱਖ ਲਿਟਰੇਚਰ ਨੂੰ ਕਦੋਂ ਉਹ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਐਕਸਪਲੇਨ ਕਰੂਗਾ?
तो इस करके जिहड़ा हैगा ये भी चीज़ नहीं हुंदी। तो लेखक की जिहड़ी निजी लिखत हुंदी हैगी आ, लेखक की डायरी हुंदी हैगी है, जिहड़ा उहदा निजी अनुभव हुंदा किसी लेखक का, क्योंकि लेखक जिहड़े ज़्यादातर हुंदे ने द्वैश तो उपर उठे हुए बंदे हुंदे हैगे ने। तो इस करके उहदी निजी लिखत ही जिहड़ी हैगी वो सरबंगता रखदी हैगी आ ਸਾਹਿਤ ਦਾ इतिहास लिखण वास्ते। ज़्यादा प्रमाणिकता जिहड़ी हैगी आ वो लेखक की निजी लिखत नूं असीं इत्थे देवांगे। ਸਾਹਿਤ ਦਾ ਪ੍ਰਯੋਜਨ ਕੀ ਹੈਗਾ? ਪ੍ਰਯੋਜਨ ਤੋਂ ਅਰਥ ਹੈਗਾ ਕਿ ਸਾਹਿਤ ਦਾ ਕੰਮ ਕੀ ਹੈਗਾ। ਪ੍ਰਯੋਜਨ ਦਾ ਭਾਵ ਹੈ ਕਿ ਉਹਦਾ ਕੰਮ ਕੀ ਹੈਗਾ, ਉਹਦਾ ਕਾਰਜ ਕੀ ਹੈਗਾ। ਕਹਿੰਦਾ ਕਿ ਚਾਰ ਆਪਸ਼ਨ ਨੇ ਸਾਡੇ ਕੋਲੇ। ਭਾਸ਼ਾਈ ਸੰਚਾਰ ਹੈਗਾ, ਤਾਂ ਸਾਹਿਤ ਦਾ ਕੰਮ ਭਾਸ਼ਾਈ ਸੰਚਾਰ ਕਰਨਾ ਨਹੀਂ ਹੁੰਦਾਗਾ। ਭਾਸ਼ਾ ਦਾ ਸੰਚਾਰ ਸਾਹਿਤ ਨਹੀਂ ਕਰਦਾ ਹੁੰਦਾਗਾ, ਉਹਦਾ ਕੋਈ ਲੈਣ ਦੇਣ ਨਹੀਂ ਹੁੰਦਾ ਭਾਸ਼ਾ ਦਾ ਸੰਚਾਰ ਕਰਨ ਦੇ ਨਾਲ, ਕਿਉਂਕਿ ਸਾਹਿਤ ਤਾਂ ਮਨੁੱਖੀ ਅਨੁਭਵ ਦੀ ਇੱਕ ਕਲਾਤਮਕ ਪੇਸ਼ਕਾਰੀ ਹੁੰਦਾ ਹੈਗਾ। तो इस करके दूजा ਇਹਦੇ ਚ ਆ ਜਾਂਦਾ ਪ੍ਰਾਪੇਗੰਡਾ। ਪ੍ਰਾਪੇਗੰਡਾ ਹੁੰਦਾ ਕਿਸੇ ਪਾਰਟਿਕੂਲਰ ਇੱਕ ਬੰਦੇ ਉੱਤੇ ਜਾਂ ਕਿਸੇ ਇੱਕ ਜਮਾਤ ਉੱਤੇ ਕਿਸੇ ਚੀਜ਼ ਨੂੰ ਤਰਕ ਯੁਕਤ ਜਾਂ ਤਰਕ ਰਹਿਤ ਕੋਈ ਟਿੱਪਣੀਆਂ ਪੇਸ਼ ਕਰਨੀਆਂ, ਕਿਸੇ ਚੀਜ਼ ਦਾ ਆਰੋਪ ਜਾਂ ਅਪਵਾਦ ਕਿਸੇ ਚੀਜ਼ ਦਾ ਜਿਹੜਾ ਲਾਗੂ ਕਰ ਦੇਣਾ ਕਿਸੇ ਤੇ, ਉਹਨੂੰ ਪ੍ਰਾਪੇਗੰਡਾ ਕਹਿੰਦੇ ਨੇ। ਤਾਂ ਸਾਹਿਤ ਦਾ ਕਾਰਜ ਇਹ ਵੀ ਨਹੀਂ ਹੁੰਦਾ। ਤੁਸੀਂ ਸਾਹਿਤ ਪੜ੍ਹਦੇ ਹੋ, ਉਹਦੇ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਮਿਲਦੀ ਸਾਨੂੰ ਕਿ ਜਿਸ ਦੇ ਵਿੱਚ ਕਿਸੇ ਦੀ ਨਿੰਦਾ ਕੀਤੀ ਗਈ ਹੋਵੇ ਜਾਂ ਕਿਸੇ ਤੇ ਆਰੋਪ ਜਾਂ ਅਪਵਾਦ ਥੋਪੇ ਗਏ ਹੋਣ, ਤਾਂ ਇਹ ਵੀ ਨਹੀਂ ਹੁੰਦਾ। तो शैलीगत विशेषता ਇਹਦੇ ਤੇ ਲੈਣ ਦੇਣ ਹੀ ਕੋਈ ਨਹੀਂ ਹੈਗਾ ਇਹਦੇ ਨਾਲ। तो इस करके चारे तिन्ने साडे ਜਿਹੜੇ लास्ट वाले पहलू हैगे ने ਇਹ नहीं है। तो ਸਾਹਿਤ ਦਾ ਜਿਹੜਾ ਪ੍ਰਯੋਜਨ ਹੈਗਾ, ਜਿਹੜਾ ਉਹਦਾ ਕੰਮ ਹੈਗਾ, ਉਹ ਸਹਿਜ ਸਵਾਦ ਦੀ ਅਨੁਭੂਤੀ ਕਰਾਉਣਾ ਹੈਗਾ, ਰਸ ਦੀ ਅਨੁਭੂਤੀ ਕਰਾਉਣਾ, ਆਨੰਦ ਦੀ ਅਨੁਭੂਤੀ ਕਰਾਉਣਾ ਹੈਗਾ। ਪਾਠਕ ਸੁਹਿਰਦ ਵਕਤੇ ਨੂੰ ਜਦੋਂ ਸਾਹਿਤ ਨੂੰ ਉਹ ਪੜ੍ਹਦਾ ਹੈ ਤੇ ਉਹਦੇ ਵਿੱਚੋਂ ਜਿਹੜਾ ਉਹ ਸਹਿਜ ਨੂੰ ਪ੍ਰਾਪਤ ਕਰਦਾ, ਆਨੰਦ ਨੂੰ ਪ੍ਰਾਪਤ ਕਰਦਾ ਹੈ, ਉਹਦੀ ਆਤਮਾ ਦੇ ਵਿੱਚ ਖੇੜਾ ਵਸ ਜਾਂਦਾ ਹੈਗਾ। ਤਾਂ ਸਾਹਿਤ ਦਾ ਮੁੱਖ ਪ੍ਰਯੋਜਨ ਹੈਗਾ ਉਹਨੂੰ ਸਹਿਜ ਸਵਾਦ ਤੇ ਸੌਂਦਰਿਆ ਦੀ ਅਨੁਭੂਤੀ ਕਰਵਾਉਣਾ। ਤਾਂ ਸਾਡਾ ਆਪਸ਼ਨ ਜਿਹੜਾ ਹੈਗਾ ਇੱਥੇ ਉਹ ਊੜਾ ਆਏਗਾ ਜੀ। ਸਾਹਿਤ ਦਾ ਇਤਿਹਾਸ, ਸਾਹਿਤ ਦਾ ਦਰਸ਼ਨ ਅਤੇ ਇਤਿਹਾਸ ਨਾਲ ਸੰਬੰਧ ਕਿਸ ਨੇ ਦਰਸਾਇਆ? ਤੋ ਇਹਦੇ ਵਿੱਚ ਸਾਡੇ ਕੋਲੇ ਚਾਰ ਬੰਦੇ ਹੈਗੇ ਨੇ। ਪਹਿਲਾ ਤਾਂ ਲੌਂਜਾਈਨਸ ਹੈਗਾ, ਇਹਨੇ ਔਨ ਦਾ ਸਬਲਾਈਮ ਪੁਸਤਕ ਲਿਖੀ ਹੈਗੀ ਹੈ। ਉਹਦੇ ਵਿੱਚ ਇਹਨੇ ਸਬਲਾਈਮ ਦਾ ਉਦਾਤ ਦਾ ਸਿਧਾਂਤ ਦਿੱਤਾ ਹੈਗਾ, ਜਿਹੜਾ ਕਿ ਇਸ ਦੇ ਨਾਲ ਸੰਬੰਧ ਨਹੀਂ ਰੱਖਦਾ ਹੈਗਾ, ਉਦਾਤ ਦਾ ਸੰਦਰਭ ਹੈਗਾ। ਉਸ ਤੋਂ ਬਾਅਦ ਦੇ ਵਿੱਚ ਸਾਡੇ ਕੋਲੇ ਮੈਥਿਊ ਅਰਨਾਲਡ ਹੈਗਾ। ਮੈਥਿਊ ਅਰਨਾਲਡ ਮੂਲ ਰੂਪ ਦੇ ਵਿੱਚ ਪ੍ਰਕਿਰਤੀਵਾਦੀ ਜਾਂ ਸਹਿਜਵਾਦੀ ਹੈਗਾ, ਪਰ ਦਰਸ਼ਨਵੇਤਾ ਨਹੀਂ ਹੈਗਾ ਮੈਥਿਊ ਅਰਨਾਲਡ। ਅਰਸਤੂ ਜਿਹੜਾ ਹੈਗਾ ਉਹ ਦਾਰਸ਼ਨਿਕ ਸਿਧਾਂਤਕਾਰ ਹੈਗਾ, ਪਰ ਉਹ ਕਲਾਸਿਕਵਾਦੀ ਹੈਗਾ। ਉਹਦਾ ਜਿਹੜਾ ਸਾਹਿਤ ਇਤਿਹਾਸ ਨਾਲ ਉਹਨੇ ਦੂਰ ਦੂਰ ਦਾ ਵੀ ਕੋਈ ਰਸਤਾ ਵਾਸਤਾ ਨਹੀਂ। ਤਾਂ ਸਾਡਾ ਜਿਹੜਾ ਆਨਸਰ ਹੈਗਾ ਇੱਥੇ ਆਏਗਾ ਜੀ ਟੀ.ਐਸ. ਇਲੀਅਟ ਨੇ। ਟੀ.ਐਸ. ਇਲੀਅਟ ਨੇ ਹੈਗਾ ਜਿਹੜਾ ਉਹ ਸਾਹਿਤ ਦਾ ਇਤਿਹਾਸ, ਦਰਸ਼ਨ ਤੇ ਇਤਿਹਾਸ ਨਾਲ ਸੰਬੰਧ ਨੂੰ ਦਰਸਾਇਆ ਹੈਗਾ, ਟੀ.ਐਸ. ਇਲੀਅਟ ਨੇ। ਮੁਕਤਕ ਕਾਵਿ ਕਿਸ ਦਾ ਭੇਦ ਹੈ? ਤਾਂ ਜਿਹੜਾ ਮੁਕਤਕ ਕਾਵਿ ਹੈਗਾ ਉਹ ਹੈ ਪ੍ਰਬੰਧ ਕਾਵਿ ਦਾ ਭੇਦ ਹੈ। ਮਹਾਕਾਵਿ ਤੇ ਮੁਕਤਕ ਕਾਵਿ ਪ੍ਰਬੰਧ ਕਾਵਿ ਦੇ ਅੰਤਰਗਤ ਵਿਚਾਰੇ ਜਾਂਦੇ ਨੇ। ਨਾਟਕ ਕਾਵਿ ਜਿਹੜਾ ਹੈਗਾ ਇਹ ਰੂਪਕ ਦਾ ਭੇਦ ਹੁੰਦਾ ਹੈਗਾ। ਮਹਾਕਾਵਿ ਵੀ ਜਿਹੜਾ ਹੈ ਪ੍ਰਬੰਧ ਕਾਵਿ ਦਾ ਭੇਦ ਹੈ, ਪ੍ਰਬੰਧ ਕਾਵਿ ਦਾ। ਤੇ ਜਿਹੜਾ ਸ਼ਰਵ ਕਾਵਿ ਹੈ ਇਹ ਮੁਕਤ ਕਾਵਿ ਦਾ ਇੱਕ ਅਗਲਾ ਪੱਖ ਆ ਜਾਂਦਾ ਹੈਗਾ। ਦੋ ਤਰ੍ਹਾਂ ਦੇ ਨਾਲ ਹੁੰਦਾ, ਇੱਕ ਦ੍ਰਿਸ਼ ਕਾਵਿ ਹੁੰਦਾ, ਇੱਕ ਸ਼ਰਵ ਕਾਵਿ ਹੁੰਦਾ ਹੈਗਾ। ਤਾਂ ਦ੍ਰਿਸ਼ ਕਾਵਿ ਰੂਪਕ ਦਾ ਭੇਦ ਨਾਟਕ ਹੈਗਾ, ਸ਼ਰਵ ਕਾਵਿ ਜਿਹੜਾ ਕਾਵਿ ਦਾ ਭੇਦ ਹੈਗਾ ਉਹ ਸ਼ਰਵ ਹੈ। ਔਰ ਪ੍ਰਬੰਧ ਕਾਵਿ ਦੇ ਅੰਤਰਗਤ ਜਿਹੜਾ ਹੈਗਾ ਉਹ ਮਹਾਕਾਵਿ ਤੇ ਮੁਕਤ ਕਾਵਿ ਆਉਂਦੇ ਹੈਗੇ ਨੇ। ਜਿਹੜਾ ਮੁਕਤ ਕੰਤ ਤੋਂ ਬਣਿਆ ਜਿਹਦਾ ਅਰਥ ਹੁੰਦਾ ਤਿਆਗ ਦੇਣਾ, ਸ਼ਾਸਤਰਕਾਰਾਂ ਨੇ ਕਿਹਾ ਹੈਗਾ। ਨਾਵਲ ਰੂਪ ਵਿੱਚ ਕਿਸ ਉੱਤੇ ਵਧੇਰੇ ਬਲ ਹੈ? ਤੋ ਦ੍ਰਿਸ਼ ਮੁਕਤਾ ਦੇ ਉੱਪਰ ਹੈ, ਜਾਂ ਅਨੁਕਰਣ ਤੇ ਹੈ, ਜਾਂ ਵਰਣਨ ਤੇ ਹੈ, ਜਾਂ ਚੇਤਨਾ ਪ੍ਰਵਾਹ ਦੇ ਉੱਪਰ ਹੈ? ਤੋ ਨਾਵਲ ਦੇ ਵਿੱਚ ਜਿਹੜਾ ਵਰਣਨ ਹੁੰਦਾ ਹੈਗਾ ਉਹ ਚੇਤਨਾ ਪ੍ਰਵਾਹ ਦੇ ਉੱਪਰ ਜ਼ਿਆਦਾ ਹੁੰਦਾ ਹੈਗਾ। ਦ੍ਰਿਸ਼ ਮੁਕਤਾ ਤੇ ਵੀ ਹੁੰਦਾ ਹੈਗਾ, ਪਰ ਦ੍ਰਿਸ਼ ਮੁਕਤਾ ਜਿਹੜਾ ਹੈਗਾ ਉਹ ਤੇ ਵਰਣਨ ਜਿਹੜੇ ਹੁੰਦੇ ਹੈਗੇ ਨੇ, ਇਹ ਅਨੁਕਰਣ ਦਾ ਇਹਦੇ ਵਿੱਚ ਕੋਈ ਸਿਧਾਂਤ ਨਹੀਂ ਹੁੰਦਾ। ਤੇ ਦ੍ਰਿਸ਼ ਮੁਕਤਾ ਤੇ ਵਰਣਨ ਜਿਹੜੇ ਹੁੰਦੇ ਨੇ ਦੋਨੇ ਸੈਕੰਡਰੀ ਹੁੰਦੇ ਨੇ, ਤੇ ਪਰ ਪ੍ਰਾਇਮਰੀ ਦਾ ਜਿਹੜਾ ਕੰਮ ਹੁੰਦਾ ਉਹ ਚੇਤਨਾ ਪ੍ਰਵਾਹ ਹੁੰਦਾ ਹੈਗਾ। ਇਸ ਕਰਕੇ ਸਾਡਾ ਆਨਸਰ ਜਿਹੜਾ ਹੈਗਾ ਉਹ ਸੱਸਾ ਆਏਗਾ, ਕਿਉਂਕਿ ਤਿੰਨੇ ਹੀ ਇੱਕ ਦੂਜੇ ਨਾਲ ਮੇਲ ਖਾਂਦੇ ਨੇ। ਅਕਸਰ ਇੱਥੋਂ ਟਪਲਾ ਖਾਦਾ ਜਾਂਦਾ ਹੈ, ਪਰ ਮੂਲ ਜਿਹੜਾ ਹੈਗਾ ਉਹ ਚੇਤਨਾ ਪ੍ਰਵਾਹ ਹੈਗਾ। ਪੰਜਾਬੀ ਨਾਟਕ ਦਾ ਕਿਹੜਾ ਰੂਪ ਵੱਧ ਪ੍ਰਫੁੱਲਤ ਹੈ? ਤੋ ਪੰਜਾਬੀ ਨਾਟਕ ਦਾ ਜਿਹੜਾ ਚਾਰ ਤਰ੍ਹਾਂ ਦੇ ਸਾਡੇ ਕੋਲ ਨੇ। ਇੱਕ ਤੇ ਕਾਵਨਾਟ ਹੈ। ਕਾਵਨਾਟ ਲਿਖੇ ਜ਼ਰੂਰ ਹੈਗੇ ਨੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਵਰਗਿਆਂ ਨੇ, ਜਿਵੇਂ ਬਾਬਾ ਬੋੜ ਆਦਿ ਹੋ ਗਿਆ, ਜਾਂ ਤੁਸੀਂ ਪੁਰਾਤਨ ਪੜ੍ਹੋਗੇ ਨਾ ਜਿਵੇਂ ਆਹ ਦਾ ਕਿੰਗ ਈਡੀਪਸ ਵਗੈਰਾ ਹੋ ਗਏ, ਇਹ ਸਾਰੇ ਦੇ ਸਾਰੇ ਕਾਵਨਾਟ ਹੀ ਨੇ।
ਮਹਾਭਾਰਤ ਰਮਾਇਣ ਵੀ ਕਾਵਨਾਟ ਹੀ ਹੈਗੇ ਨੇ ਮੂਲ ਰੂਪ ਦੇ ਵਿੱਚ, ਪਰੰਤੂ ਇਹ ਪ੍ਰਫੁੱਲਤ ਨਹੀਂ ਹੈਗਾ। ਉਸ ਤੋਂ ਬਾਅਦ ਆ ਗਈ ਤਰਾਸਦੀ। ਤਰਾਸਦੀ ਯੂਨਾਨ ਤੋਂ ਆਇਆ ਸੰਕਲਪ ਹੈ, ਟ੍ਰੈਜੇਡੀ ਅੰਗਰੇਜ਼ੀ ਦੇ ਟ੍ਰੈਜੇਡੀ ਦਾ ਪਰਿਆਏ ਹੈਗਾ। ਤੋ ਇਹਦਾ ਵੀ ਕੋਈ ਜ਼ਿਆਦਾ ਰੂਪ ਪ੍ਰਫੁੱਲਤ ਨਹੀਂ ਹੋਇਆ, ਤੇ ਨਾ ਹੀ ਸੰਗੀਤ ਨਾਟਕ ਦਾ ਹੋਇਆ ਹੈਗਾ ਪੰਜਾਬੀ ਦੇ ਵਿੱਚ ਕੋਈ ਬਹੁਤਾ, ਕਿਉਂਕਿ ਸੰਗੀਤ ਨਾਟਕ ਦਾ ਸੰਬੰਧ ਕਿਤੇ ਨਾ ਕਿਤੇ ਕਾਵ ਨਾਟਕ ਦੇ ਨਾਲ ਹੀ ਰਿਸ਼ਤਾ ਜਾ ਜੁੜਦਾ ਹੈ। ਤਾਂ ਪੰਜਾਬੀ ਵਿੱਚ ਜਿਹੜਾ ਹੈਗਾ ਉਹ ਟੀਵੀ ਨਾਟਕ ਜ਼ਿਆਦਾ ਕਰਕੇ ਜਿਹੜਾ ਹੈਗਾ ਉਹ ਪ੍ਰਫੁੱਲਤ ਹੋਇਆ ਹੈਗਾ, ਕਿਉਂ ਸੰਚਾਰ ਦਾ ਸਾਧਨ ਹੈਗਾ ਟੀਵੀ, ਇੱਕ ਪ੍ਰੌਦਯੋਗਿਕੀ ਦੇ ਵਿਕਾਸ ਦਾ ਇੱਕ ਉਦਾਹਰਣ ਹੈਗਾ। ਤਾਂ ਇਸ ਕਰਕੇ ਟੀਵੀ ਨਾਟਕ ਦਾ ਵਿਕਾਸ ਜਿਹੜਾ ਹੈਗਾ ਉਹ ਪੰਜਾਬੀ ਵਿੱਚ ਜ਼ਿਆਦਾ ਪ੍ਰਫੁੱਲਤ ਹੋਇਆ ਹੈਗਾ। ਨਾਇਕ ਦੇ ਚਰਿੱਤਰ ਦੋਸ਼ ਨੂੰ ਤਰਾਸਦੀ ਦਾ ਆਧਾਰ ਕਿਸ ਨੇ ਮੰਨਿਆ ਹੈ? ਤੋ ਇਹਦੇ ਵਿੱਚ ਚਾਰ ਸਾਡੇ ਕੋਲੇ ਨੇ, ਇਹਨਾਂ ਵਿੱਚੋਂ ਸ਼ੈਕਸਪੀਅਰ, ਬ੍ਰੈਕਟ, ਅਰਸਤੂ ਜਾਂ ਸੰਤ ਸਿੰਘ ਸੇਖੋਂ। ਤੋ ਚਾਰੇ ਇਹਨਾਂ ਦੇ ਵਿੱਚ ਜਿਹੜੇ ਤਿੰਨ ਬੰਦੇ ਨੇ ਉਹ ਤਕੜੇ ਨਾਟਕਕਾਰ ਨੇ, ਸ਼ੈਕਸਪੀਅਰ, ਬ੍ਰੈਕਟ ਤੇ ਸੰਤ ਸਿੰਘ ਸੇਖੋਂ। ਇਹਨਾਂ ਦਾ ਜਿਹੜਾ ਇਹਦਾ ਆਧਾਰ ਮੰਨਣ ਵਾਲਾ ਬੰਦਾ ਉਹ ਅਰਸਤੂ ਹੈ। ਇਹਨਾਂ ਵਿੱਚੋਂ ਸਿਧਾਂਤਕਾਰ ਨਹੀਂ ਹੈਗਾ ਕੋਈ। ਠੀਕ ਹੈ, ਸੰਤ ਸਿੰਘ ਸੇਖੋਂ ਨੇ ਜਿਹੜੀ ਆਲੋਚਨਾ ਤਾਂ ਕੀਤੀ ਹੈਗੀ ਹੈ, ਪਰ ਉਸ ਪੱਧਰ ਤੱਕ ਨਹੀਂ ਹੈਗਾ ਕਿ ਅਸੀਂ ਅਰਸਤੂ ਦੇ ਨਾਲ ਉਹਨੂੰ ਕੋਰਿਲੇਟ ਕਰ ਦਈਏ ਜਾਂ ਅਰਸਤੂ ਦੇ ਨਾਲ ਉਹਦਾ ਕੰਪੈਰੀਜ਼ਨ ਕਰੀਏ। ਤਾਂ ਇਹਦੇ ਵਿੱਚ ਜਿਹੜਾ ਹੈਗਾ ਇਹ ਅਰਸਤੂ ਮੰਨਦਾ ਹੈ, ਕਿਉਂਕਿ ਇਹਨਾਂ ਵਿੱਚੋਂ ਅਰਸਤੂ ਨਾਟਕਕਾਰ ਨਹੀਂ ਹੈਗਾ। ਅਰਸਤੂ ਨੇ ਕ੍ਰੀਏਟੀਵਿਟੀ ਦਾ ਕੰਮ ਨਹੀਂ ਕੋਈ ਕੀਤਾ, ਅਰਸਤੂ ਸਿਧਾਂਤਕਾਰ ਹੈਗਾ। ਅਰਸਤੂ ਨੇ ਥਿਉਰੀ ਦਿੱਤੀ ਹੈ, ਤੇ ਉਹ ਜਿਹੜੀ ਤਰਾਸਦੀ ਦਾ ਆਧਾਰ ਵੀ ਅਰਸਤੂ ਦੀ ਹੀ ਥਿਉਰੀ ਹੈਗੀ ਹੈ। ਤਾਂ ਇਸ ਕਰਕੇ ਜਿਹੜਾ ਹੈਗਾ ਤਰਾਸਦੀ ਦਾ ਸੰਕਲਪ ਅਰਸਤੂ ਨੇ ਦਿੱਤਾ ਹੈ। ਤਾਂ ਇਸ ਕਰਕੇ ਆਨਸਰ ਜਿਹੜਾ ਸਾਡਾ ਹੈਗਾ ਉਹ ਅਰਸਤੂ ਹੋਊਗਾ। ਦੂਜੇ ਤਿੰਨੇ ਨਾਟਕਕਾਰ ਹੈਗੇ ਨੇ, ਸੰਤ ਸਿੰਘ ਸੇਖੋਂ ਸਮੀਖਿਆਕਾਰ ਹੈਗਾ, ਪਰ ਜਿਹੜਾ ਇਹ ਸੰਕਲਪ ਹੈਗਾ, ਕਿਉਂਕਿ ਤਰਾਸਦੀ ਦਾ ਸੰਕਲਪ ਹੀ ਅਰਸਤੂ ਦਾ ਹੈ, ਯੂਨਾਨ ਦਾ ਹੈ। ਪੋਇਟਿਕਸ ਦੇ ਵਿੱਚ ਉਹਨੇ ਤਰਾਸਦੀ ਦੀ ਗੱਲ ਕੀਤੀ ਹੈ। ਤਾਂ ਇਸ ਕਰਕੇ ਚਰਿੱਤਰ ਦੋਸ਼ ਦਾ ਜਿਹੜਾ ਵਰਣਨ ਹੈਗਾ ਉਹ ਅਰਸਤੂ ਕਰਦਾ ਪੋਇਟਿਕਸ ਦੇ ਵਿੱਚ। ਤਾਂ ਸਾਡਾ ਆਨਸਰ ਹੈਗਾ ਜਿਹੜਾ ਉਹ ਆਏਗਾ ਈਡੀ ਆਨਸਰ ਆਏਗਾ ਇੱਥੇ। ਮਨੋਵਿਗਿਆਨਕ ਪ੍ਰਣਾਲੀ ਦਾ ਸੰਬੰਧ ਕਿਸ ਨਾਲ ਹੈ? ਹੁਣ ਸਾਡੇ ਕੋਲ ਜਿਹੜੇ ਹੈਗੇ ਨੇ ਇੱਥੇ ਚਾਰ ਆ ਜਾਂਦੇ ਹੈਗੇ ਨੇ ਆਪਸ਼ਨ। ਇਹਦੇ ਵਿੱਚੋਂ ਡਾਕਟਰ ਫਰਾਇਡ ਸਹੀ ਹੈ, ਯੁੰਗ ਸਹੀ ਹੈ, ਪਰ ਹੈਰਨਟ ਬਲੂਮ ਨਹੀਂ ਹੈਗਾ। ਇਸ ਕਰਕੇ ਪਹਿਲੀ ਸਾਡੇ ਕੋਲੇ ਇਹ ਨਹੀਂ ਆਉਂਦੀ। ਈਡੀ ਦੇ ਵਿੱਚ ਫਰਾਇਡ ਸਹੀ ਹੈ, ਪਾਵਲੋਵ ਹੈਗਾ, ਪਰ ਪਾਲਕੀ ਮਾਨ ਨਹੀਂ ਆਉਂਦਾ ਕਿਉਂਕਿ ਅਸਤਿਤਵਵਾਦੀ ਹੈ, ਇਸ ਕਰਕੇ ਇਹ ਵੀ ਸਹੀ ਨਹੀਂ ਹੈਗਾ। ਫਿਰ ਉਸ ਤੋਂ ਬਾਅਦ ਸਾਡੇ ਕੋਲੇ ਆ ਗਿਆ ਫਰਾਇਡ ਹੈਗਾ, ਐਡਲਰ ਹੈਗਾ, ਟਰਾਟਸਕੀ ਆ ਜਾਂਦਾ, ਪਰ ਟਰਾਟਸਕੀ ਜਿਹੜਾ ਹੈਗਾ ਇਹ ਭੌਤਿਕ ਦਵੰਦਵਾਦੀ ਹੈਗਾ, ਮਾਰਕਸਵਾਦੀ ਹੈ। ਤਾਂ ਇਸ ਕਰਕੇ ਜਿਹੜੇ ਹੈਗੇ ਨੇ ਇਹ ਪਹਿਲਾ, ਤੀਜਾ ਤੇ ਚੌਥਾ ਨਹੀਂ। ਸਾਡਾ ਆਨਸਰ ਜਿਹੜਾ ਸਹੀ ਆਊਗਾ ਉਹ ਆਏਗਾ ਡਾਕਟਰ ਸਿਗਮੰਡ ਫਰਾਇਡ, ਯਾਕਾ ਲਾਕਾਂ ਤੇ ਪਾਵਲੋਵ। ਇਹ ਬੰਦੇ ਤਿੰਨੇ ਜਿਹੜੇ ਹੈਗੇ ਨੇ ਉਹ ਮਨੋਵਿਗਿਆਨਕ ਪ੍ਰਣਾਲੀ ਨਾਲ ਸੰਬੰਧ ਰੱਖਦੇ ਹੈਗੇ ਨੇ। ਇਸ ਕਰਕੇ ਸਾਡਾ ਆਨਸਰ ਜਿਹੜਾ ਹੈਗਾ ਉਹ ਆੜਾ ਆਏਗਾ। ਤਕਰੀਬਨ ਜ਼ਿਆਦਾਤਰ ਜਦੋਂ ਪੇਪਰ ਦੇ ਵਿੱਚ ਇਹੋ ਜਿਹੇ ਕੁਐਸਚਨ ਆਉਂਦੇ ਹੁੰਦੇ ਨੇ, ਸਾਨੂੰ ਇਹਨਾਂ ਬੰਦਿਆਂ ਬਾਰੇ ਪਤਾ ਹੋਣਾ ਚਾਹੀਦਾ ਹੈਗਾ ਕਿ ਕਿਹੜਾ ਬੰਦਾ ਕਿਹੜੇ ਫੀਲਡ ਨਾਲ ਸੰਬੰਧ ਰੱਖਦਾ ਹੈਗਾ। ਕਈ ਵਾਰ ਅਸੀਂ ਟਪਲਾ ਖਾ ਜਾਂਦੇ ਹੈਗੇ ਆ ਉੱਥੇ, ਤੇ ਐਵੇਂ ਖਾਮ ਦੇ ਨਾਲ ਨਹੀਂ ਟਿਕ ਕਰਨਾ ਹੁੰਦਾ, ਇਹਨਾਂ ਨੂੰ ਦੇਖ ਲੈਣਾ ਹੁੰਦਾ ਕਿ ਕਿਹੜਾ ਬੰਦਾ ਤਕਰੀਬਨ ਤੋਂ ਤਕਰੀਬਨ ਪ੍ਰੋਬਲਮ ਆਉਂਦੀ ਹੈਗੀ ਹੈ। ਜਿਵੇਂ ਹੁਣ ਇੱਥੇ ਦੇਖ ਲਿਆ, ਕਈ ਬੰਦੇ ਜਿਹੜਾ ਇਹਨੂੰ ਆਪਣੇ ਨੂੰ ਟਰਾਟਸਕੀ ਨੂੰ ਮੰਨ ਲੈਂਦੇ ਨੇ ਕਿ ਜੀ ਇਹ ਮਨੋਵਿਗਿਆਨਵਾਦੀਆ ਹੈਗਾ, ਕੋਈ ਪਾਲਕੀ ਮਾਨ ਨੂੰ ਮੰਨ ਲੈਂਦਾ ਹੈਗਾ। ਪ੍ਰੋਬਲਮ ਇੱਥੇ ਆਉਂਦੀ ਕਿ ਤੁਹਾਨੂੰ ਇਹਨਾਂ ਬਾਰੇ ਪਤਾ ਹੋਣਾ ਚਾਹੀਦਾ ਹੈਗਾ, ਪਹਿਲਾਂ ਥੋੜਾ ਬਹੁਤਾ ਪੜ੍ਹਿਆ ਹੋਣਾ ਚਾਹੀਦਾ ਇਹਨਾਂ ਬਾਰੇ। ਤੋ ਆਮ ਕਰਕੇ ਪੰਜਾਬੀ ਜਿਹੜਾ ਪਾਠਕ ਜਾਂ ਪੰਜਾਬੀ ਸਟੂਡੈਂਟ ਹੈਗੇ ਨੇ ਉਹ ਤਕਰੀਬਨ ਲਾਉਂਦੇ ਨੇ, ਕਹਿ ਲਓ ਕਿ ਇੱਕ ਟਪਲਾ ਜਾਂ ਇੱਕ ਉਹਨੂੰ ਅਸੀਂ ਕੀ ਕਵਾਂਗੇ ਕਿ ਉਹ ਇੱਕ ਉੱਥੇ ਮਾਰ ਦਿੰਦੇ ਨੇ ਜੀ, ਚਲੋ ਤੁੱਕਾ ਲਾਤਾ। ਕਈ ਵਾਰ ਕੀ ਹੁੰਦਾ ਕਿ ਨੈਗੇਟਿਵ ਮਾਰਕਿੰਗ ਹੁੰਦੀ, ਉਦੋਂ ਪ੍ਰੋਬਲਮ ਕ੍ਰੀਏਟ ਹੁੰਦੀ ਹੈਗੀ ਆ ਇਹੋ ਜੀ। ਭਾਰਤੀ ਕਾਵਿ ਸ਼ਾਸਤਰ ਵਿੱਚ ਪੁਰਸ਼ਾਰਥ ਤੋਂ ਕੀ ਭਾਵ ਹੈ? ਹੁਣ ਪੁਰਸ਼ਾਰਥ ਦਾ ਅਰਥ ਹੈਗਾ ਕਿ ਇਹਨੂੰ ਚਤੁਰਫਲ ਵੀ ਆਖਿਆ ਕਈਆਂ ਬੰਦਿਆਂ ਨੇ। ਚਤੁਰਫਲ ਪੁਰਸ਼ਾਰਥ ਹੁੰਦਾ ਚਤੁਰਫਲ। ਹੁਣ ਚਤੁਰਫਲ ਦੀ ਪ੍ਰਾਪਤੀ ਕਾਵਿ ਦੇ ਪੜ੍ਹਨ, ਸੁਣਨ ਜਾਂ ਮਨਨ ਕਰਨ ਦੇ ਨਾਲ ਚਤੁਰਫਲ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਤੁਸੀਂ ਗੁਰਬਾਣੀ ਪੜ੍ਹੋਗੇ ਨਾ, ਤੇ ਗੁਰਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਲਿਖਦੇ ਨੇ, ਚਾਰ ਪਦਾਰਥ ਜੇ ਕੋ ਮੰਗੈ ਸੰਤ ਜਨਾ ਕੀ ਸੇਵਾ ਲਾਗੈ। ਉਹੀ ਚਾਰ ਪਦਾਰਥਾਂ ਦੀ ਗੱਲ ਹੈ ਇਹਦੇ ਵਿੱਚ, ਇਹ ਜੋ ਗੁਰੂ ਸਾਹਿਬ ਕਹਿ ਰਹੇ ਨੇ ਉਹੀ ਚਤੁਰਫਲ ਜਾਂ ਪੁਰਸ਼ਾਰਥ ਹੈਗਾ ਇਹ, ਜਿਹੜਾ ਕਾਵਿ ਸ਼ਾਸਤਰੀਆਂ ਨੇ, ਸਾਡੇ ਵਿਦਵਾਨਾਂ ਨੇ ਦੱਸਿਆ ਹੈਗਾ। ਹੁਣ ਸਾਡੇ ਕੋਲੇ ਚਾਰ ਇੱਥੇ ਆਪਸ਼ਨਾਂ ਹੈਗੀਆਂ ਨੇ। ਹੁਣ ਧਰਮ ਸਹੀ ਹੈ, ਇਹਦੇ ਵਿੱਚੋਂ ਅਰਥ ਸਹੀ ਹੈ, ਤੋ ਜਸ ਤੇ ਉਨਮਾਦ ਗਲਤ ਨੇ, ਆਹ ਤੇ ਸਾਰੇ ਹੀ ਗਲਤ ਨੇ। ਆਹ ਸਤਿਅਮ ਸ਼ਿਵਮ ਸੁੰਦਰਮ ਇਹ ਲਿਟਰੇਚਰ ਦੀ ਉਦਾਹਰਨ ਹੈਗੀ ਹੈ, ਸਾਹਿਤ ਦੀ ਉਦਾਹਰਨ ਹੈ। ਸੱਚਾ ਹੈ, ਕਲਿਆਣਕਾਰੀ ਹੈ, ਸੁੰਦਰ ਹੈ, ਇਹ ਤਾਂ ਲਿਟਰੇਚਰ ਦੀ ਗੱਲ ਹੈ। ਆਹ ਤਿੰਨੇ ਸਕੂਲ ਨੇ, ਇਹਨਾਂ ਚੋਂ ਦੋ ਸਹੀ ਨੇ, ਜਸ ਤੇ ਉਨਮਾਦ।
ਜਸ ਵੀ ਕਿਤੇ ਨਾ ਕਿਤੇ ਰਲਦਾ ਹੈਗਾ। ਜਿਹੜਾ ਉਨਮਾਦ ਹੈਗਾ, ਉਨਮਾਦ ਦਾ ਸੰਬੰਧ ਹੈਗਾ ਜਿਹੜਾ ਇਹ ਰਸ ਨਾਲ ਜੁੜ ਜਾਂਦਾ ਜਾ ਕਰਕੇ। ਤੋਂ ਆਂਸਰ ਸਾਡਾ ਜਿਹੜਾ ਹੈ ਉਹ ਹੈਗਾ ਹੈ, ਇਹਦੇ ਚ ਸਾਨੂੰ ਧਰਮ ਹੈ, ਅਰਥ ਹੈ, ਕਾਮ ਹੈ, ਮੋਕਸ਼ ਹੈ। ਭਾਵ ਕੀ ਹੈ ਕਿ ਕਾਵਿ ਦੇ ਪੜ੍ਹਨ ਸੁਣਨ ਨਾਲ, ਜੇ ਧਾਰਮਿਕ ਕਾਵਿ ਪੜ੍ਹਦੇ ਹਾਂ ਤਾਂ ਧਰਮ ਦੀ ਪ੍ਰਾਪਤੀ ਹੁੰਦੀ ਹੈਗੀ ਹੈ। ਚੰਗਾ ਕਾਵਿ ਲਿਖਿਆ, ਕਿਤਾਬਾਂ ਛਪ ਗਈਆਂ, ਫਿਰ ਪੈਸਾ ਵੀ ਮਿਲਦਾ ਹੈ। ਪੈਸਾ ਮਿਲਦਾ ਤੇ ਫਿਰ ਜਿਹੜੇ ਵਿਆਹ ਸੰਬੰਧ ਸਥਾਪਿਤ ਹੁੰਦੇ ਨੇ, ਕਾਮੁਕਤਾ ਦੀ ਪੂਰਤੀ ਵੀ ਹੁੰਦੀ ਹੈਗੀ ਆ ਸਮਾਜ ਦੇ ਵਿੱਚ, ਕਾਮ ਦੀ ਪੂਰਤੀ ਵੀ ਮਨੁੱਖ ਦੀ ਹੁੰਦੀ ਹੈ। ਤੇ ਜਦੋਂ ਰੱਬ ਦਾ ਨਾਮ ਜਪਿਆ, ਕਬੀਲਦਾਰ ਆਪਣੇ ਅੰਜਨ ਮਹਿ ਨਿਰੰਜਨ ਰਹੀਏ, ਜੋਗ ਜੁਗਤਿ ਮੈਂ ਪਾਈਏ ਦੇ ਸਿਧਾਂਤ ਦੇ ਅਨੁਸਾਰ ਸਾਰੀਆਂ ਚੀਜ਼ਾਂ ਦੇ ਨਾਲ ਫਿਰ ਪਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਫਿਰ ਅੱਗੇ ਮੋਕਸ਼ ਵੀ ਮਿਲਦਾ ਹੈ। ਤੋਂ ਇਸ ਕਰਕੇ ਜਿਹੜਾ ਹੈਗਾ ਇਸ ਨੂੰ ਚਤੁਰਫਲ ਆਖਿਆ ਜਾਂਦਾ ਹੈ, ਧਰਮ, ਅਰਥ, ਕਾਮ ਤੇ ਮੋਕਸ਼ ਨੂੰ। ਇਹਨੂੰ ਪੁਰਸ਼ਾਰਥ ਜਾਂ ਚਤੁਰਫਲ ਕਹਿੰਦੇ ਹੈਗੇ ਨੇ। ਸਧਾਰਨੀਕਰਨ ਦਾ ਸੰਬੰਧ ਕਿਸ ਨਾਲ ਹੈ? ਸਧਾਰਨੀਕਰਨ ਦਾ ਅਰਥ ਹੁੰਦਾ ਜਨਰਲਾਈਜੇਸ਼ਨ। ਅੰਗਰੇਜ਼ੀ ਦੇ ਜਨਰਲਾਈਜੇਸ਼ਨ ਦਾ ਹੀ ਪੰਜਾਬੀ ਦੇ ਵਿੱਚ ਇਹ ਪਰਿਆਏ ਹੈ। ਸਧਾਰਨੀਕਰਨ ਦਾ ਅਰਥ ਹੁੰਦਾ ਸਰਬ ਸਧਾਰਨ ਹੋ ਜਾਣਾ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਪੜ੍ਹਦੇ ਹੋ, ਕਿਸੇ ਚੀਜ਼ ਨੂੰ ਸੁਣਦੇ ਹੋ, ਉਹਦੇ ਭਾਵ ਜਿਹੜੇ ਤੁਹਾਡੇ ਵਿੱਚ ਮਨਨ ਕਰ ਲੈਂਦੇ ਹੋ, ਜਦੋਂ ਤੁਸੀਂ ਤੁਹਾਡੇ ਹਿਰਦੇ ਦੇ ਅੰਤःਕਰਣ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਅਲਹਾਦ ਦੀ ਅਵਸਥਾ ਦੇ ਵਿੱਚ ਤੁਸੀਂ ਜਾ ਵੜਦੇ ਹੈਗੇ ਹੋ, ਉਸ ਚੀਜ਼ ਨੂੰ ਸਧਾਰਨੀਕਰਨ ਸ਼ਾਸਤਰਕਾਰਾਂ ਨੇ ਮੰਨਿਆ ਹੈਗਾ। ਸਧਾਰਨੀਕਰਨ ਦੇ ਸੰਦਰਭ ਦੇ ਵਿੱਚ ਭੱਟ ਲੋਲਟ ਹੈਗਾ ਹੈ, ਭੱਟ ਸ਼ੰਕੁਕ ਹੈਗਾ ਹੈ, ਅਭਿਨਵ ਗੁਪਤ ਹੈਗਾ ਹੈ। ਇਹੋ ਜਿਹੇ ਬੰਦਿਆਂ ਨੇ ਜਿਹੜਾ ਹੈਗਾ ਰੂਪਵਾਦ, ਉਤਪਤੀਵਾਦ, ਅਨੁਮਾਨਵਾਦ ਵਰਗੇ ਸਿਧਾਂਤ ਇਸ ਦੇ ਸੰਦਰਭ ਦੇ ਵਿੱਚ ਕਾਵਿ ਸ਼ਾਸਤਰ ਦੇ ਵਿੱਚ ਤੁਹਾਨੂੰ ਮਿਲਦੇ ਹੈਗੇ ਨੇ ਵੇਖਣ ਵਾਸਤੇ। ਤੋਂ ਇਹਦਾ ਜਿਹੜਾ ਸੰਬੰਧ ਹੈਗਾ ਉਹ ਹੈ ਰਸ ਸੰਪਰਦਾਇ ਨਾਲ, ਧੁਨੀ ਨਾਲ ਨਹੀਂ ਹੈਗਾ, ਅਲੰਕਾਰ ਨਾਲ ਨਹੀਂ, ਰੀਤੀ ਨਾਲ ਨਹੀਂ, ਇਹਦਾ ਸੰਬੰਧ ਰਸ ਦੇ ਨਾਲ ਹੈ। ਰਸ ਦੀ ਅਨੁਭੂਤੀ ਕਿਸ ਪ੍ਰਕਾਰ ਸਰਬ ਸਧਾਰਨ ਹੋ ਕੇ ਤੁਹਾਡੇ ਹਿਰਦੇ ਦੇ ਵਿੱਚ ਵਿਆਪਤ ਹੋ ਜਾਂਦੀ ਹੈਗੀ ਹੈ। ਤੋ ਇਸ ਚੀਜ਼ ਦਾ ਸੰਬੰਧ, ਰਸ ਸੰਪਰਦਾਇ ਦਾ ਸੰਬੰਧ ਜਿਹੜਾ ਹੈਗਾ ਉਹ ਸਧਾਰਨੀਕਰਨ ਦੇ ਨਾਲ ਜਾਂ ਜਨਰਲਾਈਜੇਸ਼ਨ ਦੇ ਨਾਲ ਜੁੜਦਾ ਹੈਗਾ। ਸਾਹਿਤ ਦੀ ਕਾਲ ਵੰਡ ਦਾ ਕਿਹੜਾ ਆਧਾਰ ਪ੍ਰਮਾਣਿਕ ਹੈ? ਹੁਣ ਸਾਡੇ ਕੋਲ 4 ਆਪਸ਼ਨ ਨੇ। ਪਹਿਲਾਂ ਤਾਂ ਹੈਗਾ ਪ੍ਰਮੁੱਖ ਲੇਖਕ। ਇਹ ਗਲਤ ਹੈ। ਪ੍ਰਮੁੱਖ ਲੇਖਕਾਂ ਦੇ ਆਧਾਰ ਤੇ ਅਸੀਂ ਸਾਹਿਤ ਦੀ ਕਾਲ ਵੰਡ ਨਹੀਂ ਕਰ ਸਕਦੇ, ਕਿਉਂਕਿ ਦੇਖੋ ਲੇਖਕ ਕਿਸੇ ਪ੍ਰਵਿਰਤੀ ਦੇ ਵਿੱਚ ਵੀ ਕਿਸੇ ਸਮੇਂ ਦੇ ਵਿੱਚ ਵੀ ਹੋ ਸਕਦੇ ਹੈਗੇ ਨੇ। ਇਸ ਕਰਕੇ ਇਹਦਾ ਆਧਾਰ ਨਹੀਂ। ਨਾ ਹੀ ਫਿਰ ਸਾਹਿਤਕ ਰੂਪ ਹੈਗਾ, ਸਾਹਿਤਕ ਰੂਪ ਦੇ ਆਧਾਰ ਦੇ ਉੱਪਰ ਵੀ ਨਹੀਂ ਹੋ ਸਕਦੀ, ਤੇ ਨਾ ਹੀ ਪ੍ਰਮੁੱਖ ਰਚਨਾਵਾਂ ਦੇ ਆਧਾਰ ਤੇ ਹੋ ਸਕਦੀ ਹੈਗੀ ਆ। ਅਸੀਂ ਕਿਹਦੀ ਰਚਨਾ ਨੂੰ ਤੁਸੀਂ ਪ੍ਰਮੁੱਖ ਰੱਖੋਗੇ? ਉੱਥੇ ਕਿਹੜੀ ਰਚਨਾ ਨੂੰ ਤੁਸੀਂ ਪ੍ਰਮੁੱਖ ਗਿਣੋਗੇ? ਤਾਂ ਇਸ ਕਰਕੇ ਜਿਹੜੀ ਹੈਗੀ ਹੈ ਇਹਦਾ ਵੰਡ ਦਾ ਪ੍ਰਮਾਣਿਕ ਆਧਾਰ ਹੈ ਉਹ ਹੈ ਸਾਹਿਤਕ ਪ੍ਰਵਿਰਤੀ। ਕਿਹੜੀ ਪ੍ਰਵਿਰਤੀ ਹੈ? ਜਿਵੇਂ ਹੁਣ ਨਾਥ ਜੋਗੀਆਂ ਦੀ ਪ੍ਰਵਿਰਤੀ ਹੈ, ਸੂਫੀਆਂ ਦੀ ਪ੍ਰਵਿਰਤੀ ਹੈਗੀ ਹੈ, ਗੁਰੂ ਸਾਹਿਬਾਨਾਂ ਦੀ ਧਾਰਮਿਕ ਕਾਵਿ ਦੀ ਪ੍ਰਵਿਰਤੀ ਹੈ। ਉਸ ਤੋਂ ਬਾਅਦ ਦੇ ਵਿੱਚ ਆਧੁਨਿਕ ਕਾਵਿ ਦੇ ਵਿੱਚ ਪ੍ਰਵਿਰਤੀ ਆ ਜਾਂਦੀ ਹੈ, ਰੋਮਾਂਸਵਾਦੀ ਪ੍ਰਵਿਰਤੀ ਆ ਜਾਂਦੀ ਹੈਗੀ ਹੈ, ਪ੍ਰਯੋਗਵਾਦੀ ਪ੍ਰਵਿਰਤੀ ਆ ਜਾਂਦੀ ਹੈ, ਜੁਝਾਰਵਾਦੀ ਪ੍ਰਵਿਰਤੀ ਆ ਜਾਂਦੀ ਹੈ, ਜੁਝਾਰ ਵਿਦਰੋਹੀ ਪ੍ਰਵਿਰਤੀ ਆ ਜਾਂਦੀ ਹੈ, ਨਕਸਲਵਾਦੀ ਪ੍ਰਵਿਰਤੀ ਆ ਜਾਂਦੀ ਹੈ। ਤਾਂ ਇਹਨਾਂ ਪ੍ਰਵਿਰਤੀਆਂ ਦੇ ਅੰਤਰਗਤ ਹੀ ਤੁਸੀਂ ਜਿਹੜੀ ਹੈਗੀ ਉਹਦੀ ਕਾਲ ਵੰਡ ਨੂੰ ਠੀਕ ਢੰਗ ਨਾਲ ਜਿਹੜਾ ਐਕਸਪਲੇਨ ਕਰ ਸਕਦੇ ਹੈਗੇ ਹੋ। ਤਾਂ ਸਾਡਾ ਆਨਸਰ ਜਿਹੜਾ ਹੈਗਾ ਉਹ ਪਹਿਲਾ ਆਏਗਾ ਇੱਥੇ ਊੜਾ। ਜਸਵੰਤ ਸਿੰਘ ਨੇਕੀ ਕਿਸ ਧਾਰਾ ਦਾ ਕਵੀ ਹੈ? ਸਾਡੇ ਕੋਲ 4 ਆਪਸ਼ਨ ਨੇ। ਪ੍ਰਗਤੀਵਾਦੀ, ਪ੍ਰਗਤੀਵਾਦੀਆ ਉਹ ਨਹੀਂ ਹੈਗਾ। ਫਿਰ ਪ੍ਰਯੋਗਵਾਦੀ, ਪ੍ਰਯੋਗਵਾਦੀਆ ਵੀ ਨਹੀਂ ਹੈ। ਆਦਰਸ਼ਵਾਦੀ, ਕੁਝ ਆਦਰਸ਼ਵਾਦੀਆ ਹੈਗਾ, ਬਹੁਤਾ ਨਹੀਂ ਹੈਗਾ ਉਹ। ਇਸ ਕਰਕੇ ਪ੍ਰਾਇਮਰੀ ਨਹੀਂ ਅਸੀਂ ਉਹਨੂੰ ਕਵਾਂਗੇ, ਸੈਕੰਡਰੀ ਕਵਾਂਗੇ। ਜਸਵੰਤ ਸਿੰਘ ਨੇਕੀ ਜਿਹੜਾ ਹੈ ਉਹ ਅਸਤਿਤਵਵਾਦੀਆ ਹੈਗਾ। ਇਸ ਕਰਕੇ ਸਾਡਾ ਆਨਸਰ ਜਿਹੜਾ ਹੈਗਾ ਉਹ ਈਡੀ ਆਊਗਾ। ਉਹ ਅਸਤਿਤਵਵਾਦ ਦੀ ਅਭਿਵਿਅੰਜਨਾ ਕਰਦੀਆਂ ਨੇ ਉਹਦੀਆਂ ਜਿੰਨੀਆਂ ਰਚਨਾਵਾਂ ਹੈਗੀਆਂ ਨੇ। ਸਾਹਿਤ ਆਲੋਚਨਾ ਦੇ ਰਸਾਲੇ ਹਨ। ਤੋ ਸਾਡੇ ਕੋਲ ਜਿਹੜੀ ਸਾਹਿਤ ਆਲੋਚਨਾ ਹੈਗੀ ਹੈ, ਜਿਹੜੀ ਲਿਟਰੇਚਰ ਦੀ ਆਲੋਚਨਾ ਦੇ ਰਸਾਲੇ ਜਿਹੜੇ ਹੈਗੇ ਨੇ ਉਹ ਕਿਹੜੇ ਕਿਹੜੇ ਨੇ? ਸਾਡੇ ਕੋਲ 4 ਨੇ ਇੱਥੇ। ਆਲੋਚਨਾ, ਸਮਦਰਸ਼ੀ, ਪੰਜਾਬੀ ਦੁਨੀਆ, ਖੋਜ ਦਰਪਣ, ਖੋਜ ਪੱਤਰਿਕਾ, ਪਰਖ, ਅਕਸ, ਕੌਮੀ ਏਕਤਾ, ਜਨ ਸਾਹਿਤ, ਆਰਸੀ, ਸ਼ਿਰਾਜਾ ਤੇ ਸ਼ਿਲਾਲੇਖ। ਤੋ ਇਹਦਾ ਜਿਹੜਾ ਆਨਸਰ ਸਾਡੇ ਕੋਲ ਹੈਗਾ ਵਾ ਉਹ ਹੈਗਾ ਕਿ ਖੋਜ ਦਰਪਣ, ਖੋਜ ਦਰਪਣ, ਖੋਜ ਪੱਤਰਿਕਾ ਤੇ ਪਰਖ। ਇਹ ਤਿੰਨੇ ਯੂਨੀਵਰਸਿਟੀਆਂ ਦੇ ਰਸਾਲੇ ਹੈਗੇ ਨੇ। ਇਹ ਪੰਜਾਬੀ ਯੂਨੀਵਰਸਿਟੀ ਦਾ ਹੈ, ਇਹ ਚੰਡੀਗੜ੍ਹ ਯੂਨੀਵਰਸਿਟੀ ਦਾ ਹੈ ਤੇ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਹੈਗਾ, ਜਿਹੜੀ ਆਲੋਚਨਾ ਦੇ ਨਾਲ ਸੰਬੰਧਿਤ ਰਸਾਲੇ ਹੈਗੇ ਨੇ। ਸ਼ਾਹ ਹੁਸੈਨ ਦਾ ਸੰਬੰਧ ਕਿਸ ਸੂਫੀ ਸੰਪਰਦਾਇ ਨਾਲ ਹੈ? ਇੱਥੇ ਸਾਡੇ ਕੋਲ 4 ਆਪਸ਼ਨਸ ਹੈਗੀਆਂ ਨੇ। ਪਹਿਲਾ ਹੈਗੀ ਚਿਸ਼ਤੀ। ਚਿਸ਼ਤੀ ਦਾ ਸੰਬੰਧ ਬਾਬਾ ਫਰੀਦ ਨਾਲ ਹੈ, ਬਾਬਾ ਫਰੀਦ ਨਾਲ ਹੈ। ਤੋਂ ਬਾਬਾ ਫਰੀਦ ਦੇ ਜਿਹੜੇ ਗੁਰੂ ਸੀਗੇ ਖਵਾਜਾ ਬਖਤਿਆਰਦੀਨ ਕਾਕੀ ਸਾਹਿਬ, ਬਖਤਿਆਰਦੀਨ ਕਾਕੀ, ਬਖਤਿਆਰਦੀਨ ਕਾਕੀ। ਉਸ ਤੋਂ ਬਾਅਦ ਖਵਾਜਾ ਮੀਨੂਦੀਨ ਚਿਸ਼ਤੀ, ਖਵਾਜਾ ਮੀਨੂਦੀਨ
ਦੀਨ ਚਿਸ਼ਤੀ, ਇਹਨਾਂ ਤੋਂ ਇਹ ਚਿਸ਼ਤੀ ਸੰਪਰਦਾਇ ਚੱਲੀ ਸੀ। ਔਰ ਬਾਬਾ ਫਰੀਦ ਤੋਂ ਬਾਅਦ ख्वाजा निजामुद्दीन औलिया शाह साहब, शेख सलीम, सारे इस कबीले दे ਜਿਹੜੇ ਹੈਗੇ ਨੇ इस संप्रदाय ਦੇ सूफी ਹੋਏ ਹੈਗੇ ਨੇ। तो इस करके इस संप्रदाय नाल शाह हुसैन ਦਾ संबंध नहीं सीगा। तो नैक्सट हैगा नक्शबंदी। नक्शबंदियां ਦੇ ਸਭ ਤੋਂ ਵੱਡੇ सूफी ਹੋਏ ਨੇ ਜਿਹੜੇ, ਉਹਦਾ ਨਾਂ ਹੈ शेख अहमद सरहिंदी। शेख अहमद सरहिंदी। तो सरहंद ਦੇ ਵਿੱਚ ਇਹਨਾਂ ਦਾ ਜਿਹੜਾ ਸੀਗਾ ਉਹ ਡੇਰਾ ਸੀਗਾ, ਔਰ ਸਰਹੰਦ ਦੇ ਵਿੱਚ ਬੜਾ ਵੱਡਾ ਇਹਨਾਂ ਦਾ ਜਿਹੜਾ ਸੀਗਾ ਇਹ ਕੇਂਦਰ ਸੀਗਾ ਇਸ ਸੰਪਰਦਾਇ ਦਾ। तो शाह हुसैन ਇਸ ਦਾ ਵੀ ਨਹੀਂ ਸੀਗਾ। ਉਸ ਤੋਂ ਬਾਅਦ ਆ ਗਿਆ ਸੋਹਰਾਵਰਦੀ। ਸੋਹਰਾਵਰਦੀ ਸੀਗਾ ਜਿਹੜਾ शेख साबुद्दीन सोहरावर्दी साहब और शेख सदरुद्दीन सदरे जहां साहब ਜਿਹੜੇ ਸੀਗੇ ਉਸ ਇਸ ਕਬੀਲੇ ਦੇ ਫਕੀਰ ਹੋਏ ਹੈਗੇ ਨੇ। तो ਇਹ ਵੀ ਸੋਹਰਾਵਰਦੀ ਵੀ ਬੜੇ ਵੱਡੇ ਅਜ਼ਮਤ ਵਾਲੇ ਫਕੀਰ ਮੰਨੇ ਜਾਂਦੇ ਨੇ ਸੂਫੀਜ਼ਮ ਦੇ ਵਿੱਚ। ਪਰ ਸ਼ਾਹ ਹੁਸੈਨ ਦਾ ਸੰਬੰਧ ਇਹਨਾਂ ਨਾਲ ਵੀ ਨਹੀਂ ਸੀਗਾ। ਸ਼ਾਹ ਹੁਸੈਨ ਦਾ ਸੰਬੰਧ ਸੀਗਾ ਮਲਾਮਤੀ ਕਬੀਲੇ ਦੇ ਨਾਲ। तो शेख बहलोल ਸੀਗਾ ਜਿਹੜਾ ਉਹ ਉਹਦਾ ਗੁਰੂ ਸੀ, शेख बहलोल। ਔਰ ਸ਼ਾਹ ਹੁਸੈਨ ਜਿਹੜਾ ਸੀਗਾ ਉਹ ਮਲਾਮਤੀ ਕਬੀਲੇ ਨਾਲ ਉਹਦਾ ਸੰਬੰਧ ਸੀਗਾ, ਜਾਂ ਮਲਾਮਤੀ ਜਿਹੜਾ ਸੀਗੀ ਸੰਪਰਦਾਇ ਉਹਦੇ ਨਾਲ ਉਹਦਾ ਰਿਸ਼ਤਾ ਸੀਗਾ। तो ਮਲਾਮਤ ਦਾ ਅਰਥ ਹੁੰਦਾ ਹੈਗਾ ਜਿਹੜੇ ਹੀਣੇ ਜੇ ਕੰਮ ਕਰਦੇ ਹੁੰਦੇ ਨੇ, ਸ਼ਰਾਬ ਪੀਂਦੇ ਨੇ, ਸ਼ਰੀਅਤ ਦੀ ਪਾਬੰਦੀ ਨਹੀਂ ਰੱਖਦੇ, ਸਿਰ ਮਨਾ ਲੈਂਦੇ ਨੇ, ਕੱਪੜੇ ਸ਼ਰੀਅਤ ਤੋਂ ਸੁਨਨਤ ਰਸੂਲ ਤੋਂ ਜਿਹੜੀ ਦੀ ਸ਼ਰੀਅਤ ਦੇ ਵਿੱਚ ਚੀਜ਼ ਨਹੀਂ ਆਉਂਦੀ, ਜਿਵੇਂ ਸੁਨਨਤ ਰਸੂਲ ਦੀ ਸ਼ਰੀਅਤ ਦੇ ਵਿੱਚ ਲਾਲ ਕੱਪੜਾ ਪਹਿਨਣਾ ਨਹੀਂ ਆਉਂਦਾ, तो ਸਿਰ ਜਿਹੜਾ ਹੈਗਾ ਸ਼ਰਾਬ ਪੀਣੀ ਨਹੀਂ ਆਉਂਦੀ, ਉਸ ਤੋਂ ਬਾਅਦ ਮਕਰੂਹ ਚੀਜ਼ਾਂ ਦਾ ਸੇਵਨ ਕਰਨਾ ਨਹੀਂ ਆਉਂਦਾ। ਤਾਂ ਉਹ ਚੀਜ਼ਾਂ ਸੀ ਜਿਹੜੀਆਂ ਸੁਨਨਤ ਰਸੂਲ ਨੇ ਅਨਵਾਰੀਆਂ ਨਹੀਂ ਮੰਨੀਆਂ। ਸਹੀ ਬੁਖਾਰੀ ਹਦੀਸ ਦੇ ਵਿੱਚ ਜਿਨ੍ਹਾਂ ਨੂੰ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਅਨਵਾਰੀਆਂ ਨਹੀਂ ਮੰਨਿਆ, ਪਰ ਉਹਨਾਂ ਦਾ ਇਹ ਸੇਵਨ ਕਰਦੇ ਸੀਗੇ। ਸ਼ਰੀਅਤ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਸੀ। ਕੁਰਾਨ ਦੇ ਜਿਹੜੇ ਹਾਫਿਜ਼ ਤਾਂ ਸੀ, ਪਰ ਨਾਲ ਦੀ ਨਾਲ ਨਮਾਜ਼ ਦੇ ਪਾਬੰਦ ਨਹੀਂ ਸੀ, ਰੋਜ਼ੇ ਦੇ ਪਾਬੰਦ ਨਹੀਂ ਸੀ, ਜ਼ਕਾਤ ਦੇ ਪਾਬੰਦ ਨਹੀਂ ਸੀ। ਔਰ ਸ਼ਬੇ ਮਿਰਾਜ ਵਰਗੀਆਂ ਜਿਹੜੀਆਂ ਸੀਗੀਆਂ ਘਟਨਾਵਾਂ ਇਸਲਾਮੀ ਜਗਤ ਦੇ ਵਿੱਚ ਜਿਹੜੀਆਂ ਮੁੱਖ ਘਟਨਾਵਾਂ ਮੰਨੀਆਂ ਜਾਂਦੀਆਂ, ਉਹਨਾਂ ਵਿੱਚ ਇਹਨਾਂ ਦਾ ਅਕੀਦਾ ਨਹੀਂ ਸੀਗਾ। तो ਕਿਤੇ ਨਾ ਕਿਤੇ ਸ਼ਿਰਕਵਾਦੀਏ ਬੰਦੇ ਸੀਗੇ ਇਹ। ਇਸ ਕਰਕੇ ਇਹਨਾਂ ਦਾ ਸੰਬੰਧ ਇਹ ਮਲਾਮਤੀ ਇਹਨਾਂ ਨੂੰ ਆਖਿਆ ਜਾਂਦਾ ਸੀਗਾ। ਕਿਹੜਾ ਰੂਪ ਖਟ ਰਿਤੂ ਵਰਣਨ ਨਾਲ ਸੰਬੰਧਿਤ ਹੈ? ਖਟ ਰਿਤੂ ਸੰਸਕ੍ਰਿਤ ਦਾ ਸ਼ਬਦ ਹੈ। ਖਟ ਸੰਸਕ੍ਰਿਤ ਦੇ ਵਿੱਚ 6 ਨੂੰ ਕਹਿੰਦੇ ਨੇ, 6 ਰੁੱਤਾਂ। 6 ਰੁੱਤਾਂ, ਖਟ ਰਿਤੂ 6 ਰੁੱਤਾਂ ਤੋਂ ਬਣਿਆ ਹੈ। ਸੰਸਕ੍ਰਿਤ ਦਾ ਖਟ ਰਿਤੂ ਹੁੰਦਾ ਹੈਗਾ। ਤਾਂ ਇਹਦੇ ਵਿੱਚ ਜਿਹੜਾ ਖਟ ਰਿਤੂ ਦਾ ਵਰਣਨ ਪੰਜਾਬੀ ਦੇ ਵਿੱਚ ਸੰਬੰਧਿਤ ਹੈਗਾ ਉਹ ਹੈਗਾ 12 ਮਾਹ। ਗੁਰਬਾਣੀ ਵਿੱਚ ਵੀ 12 ਮਾਹ ਦੋ ਮਿਲਦੇ ਨੇ। 12 ਮਾਹ ਤੁਖਾਰੀ ਗੁਰੂ ਨਾਨਕ ਸਾਹਿਬ ਦਾ ਤੇ 12 ਮਾਹ ਮਾਝ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਇਹ ਮਿਲਦੇ ਨੇ। ਇਸ ਤੋਂ ਬਾਅਦ ਸੂਫੀਆਂ ਨੇ ਵੀ 12 ਮਾਹ ਲਿਖੇ ਹੈਗੇ ਨੇ। तो ਇਹਦਾ ਸੰਬੰਧ ਜਿਹੜਾ ਹੈਗਾ ਖਟ ਰਿਤੂ ਦਾ ਉਹ 12 ਮਾਹ ਨਾਲ ਹੈ। ਸਤਵਾਰਾ ਵੀ ਕਿਤੇ ਨਾ ਕਿਤੇ 12 ਮਾਹਾਂ ਨਾਲ ਹੀ ਜੁੜਦਾ, ਪਰ ਇਹ ਛੋਟੇ ਲੈਵਲ ਤੇ 12 ਮਾਹ ਵੱਡਾ ਹੈ। ਤੇ ਸੀਰਫੀ ਤੇ ਕਿੱਸਾ ਦੋਨੇ ਹੀ ਅਸਲੋਂ ਵੱਖਰੇ ਪਹਿਲੂ ਹੈਗੇ ਨੇ। ਸੀਰਫੀ ਤਾਂ ਅਲੱਗ ਇੱਕ ਛੰਦ ਦੀ ਕਿਸਮ ਹੈਗੀ ਹੈ, ਇੱਕ ਕਾਵ ਦੀ ਕਿਸਮ ਹੈਗੀ ਹੈ। तो ਕਿੱਸਾ ਵੀ ਅੱਗੇ ਜਾ ਕਰਕੇ ਪ੍ਰੇਮਾ ਖਿਆਨ ਤੋਂ ਬਣਿਆ ਗਿਆ ਇੱਕ ਵਰਡ ਹੈਗਾ, ਇਹ ਅਲੱਗ ਸਾਹਿਤ ਦਾ ਰੂਪ ਹੈਗਾ। ਪ੍ਰਗਤੀਵਾਦੀ ਧਾਰਾ ਦਾ ਲੇਖਕ ਹੈ। तो ਸਾਡੇ ਕੋਲ ਇੱਥੇ ਸਾਡੇ 4 ਆਪਸ਼ਨ ਨੇ। तो ਪ੍ਰਗਤੀਵਾਦੀ ਧਾਰਾ ਦਾ ਜਿਹੜਾ ਲੇਖਕ ਹੈ ਉਹ ਹੈਗਾ ਵਾ ਬਾਬਾ ਬਲਵੰਤ। ਬਾਬਾ ਬਲਵੰਤ ਪ੍ਰਗਤੀਵਾਦੀ ਧਾਰਾ ਦਾ ਹੈਗਾ। ਤੇ ਸੁਰਜੀਤ ਪਾਤਰ ਵੀ ਹੈਗਾ, ਪਰ ਬਾਬਾ ਬਲਵੰਤ ਉਦੋਂ ਪਹਿਲਾਂ ਹੋਏਗਾ ਨਾ, ਇਸ ਕਰਕੇ ਬਾਬਾ ਬਲਵੰਤ ਪ੍ਰਗਤੀਵਾਦੀ ਦੇ ਮੋਢੀ ਹੈਗੇ ਨੇ। ਮੇਰੇ ਰਾਹਾਂ ਦੇ ਰੰਗ ਵਣਜਾਰਾ ਬੇਦੀ ਦੀ ਸਵੈ ਜੀਵਨੀ ਹੈ, ਸੰਸਮਰਨ ਹੈ, ਡਾਇਰੀ ਹੈ, ਸਫਰਨਾਮਾ ਹੈ। तो ਇਹਦੀ ਸਵੈ ਜੀਵਨੀ ਨਹੀਂ, ਸਵੈ ਜੀਵਨੀ ਇਹਦਾ ਹੈਗਾ ਮੇਰਾ ਪਿੰਡ ਨਾਨਕਾ ਪਿੰਡ, ਅੱਧੀ ਮਿੱਟੀ ਅੱਧਾ ਸੋਨਾ, ਗਲੀਏ ਚਿੱਕੜ ਦੂਰ ਕਰ। ਇਹਦੀ ਜਿਹੜੇ ਸਵੈ ਜੀਵਨੀ ਦੇ 3 ਭਾਗ ਨੇ। तो ਉਸ ਤੋਂ ਬਾਅਦ ਦੇ ਵਿੱਚ ਇਹਦਾ ਇੱਕ ਸੰਸਮਰਨ ਹੈਗਾ ਜਿਹੜਾ ਹੈ ਮੇਰੇ ਰਾਹਾਂ ਦੇ ਰੰਗ, ਸੰਸਮਰਨ ਹੈ। ਸਾਹਿਤ ਅਧਿਐਨ ਆਧਾਰਿਤ ਹੈ। ਸਾਹਿਤ ਦਾ ਅਧਿਐਨ ਕਿਸ ਚੀਜ਼ ਦੇ ਉੱਤੇ ਆਧਾਰਿਤ ਹੈ? ਹੁਣ ਸਾਹਿਤ ਦਾ ਅਧਿਐਨ ਅਸੀਂ ਸੱਭਿਆਚਾਰ ਦੀ ਪਰਖ ਤੇ ਕਰਦੇ ਹੈਗੇ ਆ। ਥੋੜਾ ਜਿਹਾ ਅਸੀਂ ਲੌਜਿਕ ਨਾਲ ਸੋਚ ਕੇ ਦੇਖੀਏ। ਕਈ ਵਾਰ ਇਉਂ ਹੋ ਜਾਂਦਾ ਹੁੰਦਾ ਕਿ ਸਾਨੂੰ ਪਤਾ ਨਹੀਂ ਹੁੰਦਾ ਕੁਐਸਚਨ ਦਾ, ਸਾਨੂੰ ਮੂਲੋਂ ਹੀ ਪਤਾ ਨਹੀਂ ਹੁੰਦਾ ਕਿਸੇ ਚੀਜ਼ ਦਾ। ਉਹਨੂੰ ਕੀ ਕਰੋ, ਥੋੜਾ ਜਿਹਾ ਤੁਸੀਂ ਲੌਜਿਕ ਦੇ ਨਾਲ ਦੇਖ ਲਓ, ਉਹਨੂੰ ਲੌਜਿਕ ਦੇ ਨਾਲ ਸਮਝ ਲਓ। ਕਈ ਵਾਰੀ ਇਹੋ ਜਿਹੇ ਸਵਾਲ ਹੁੰਦੇ ਹੈਗੇ ਨੇ। ਹੁਣ 4 ਆਪਸ਼ਨ ਨੇ ਸਾਡੇ ਕੋਲ ਇੱਥੇ। ਕੀ ਸਾਹਿਤ ਦਾ ਅਸੀਂ ਅਧਿਐਨ ਸੱਭਿਆਚਾਰ ਦੀ ਪਰਖ ਤੇ ਕਰਦੇ ਹਾਂ? ਇਕੱਲਾ ਸੱਭਿਆਚਾਰ ਦੀ ਪਰਖ ਹੀ ਸਾਹਿਤ ਦਾ ਅਧਿਐਨ ਹੁੰਦਾ ਹੈ? ਕੀ ਸਾਹਿਤ ਦੇ ਵਿੱਚ ਜਿਹੜੇ ਪਹਿਲੂ ਲਾਗੂ ਕਰਦੇ ਹੈਗੇ ਹੋ ਤੁਸੀਂ, ਸਾਹਿਤ ਦੇ ਵਿੱਚ ਜਿਹੜੇ ਨਿਯਮ ਲਾਗੂ ਹੁੰਦੇ ਨੇ, ਸਾਹਿਤ ਦੇ ਸਿਧਾਂਤ ਲਾਗੂ ਹੁੰਦੇ ਨੇ, ਉਹਨੂੰ ਸੱਭਿਆਚਾਰ ਲਾਗੂ ਕਰਦਾ ਹੈ? ਜੇ ਹਾਂ ਜਾਂ ਨਹੀਂ, ਇਹਦਾ ਆਨਸਰ ਹੈ ਨਹੀਂ। ਸੱਭਿਆਚਾਰ ਇਹ ਸਿਧਾਂਤਾਂ ਨੂੰ ਲਾਗੂ ਨਹੀਂ ਕਰਦਾ ਹੈਗਾ।
ਫਿਰ ਰਾਜਨੀਤੀ ਲਾਗੂ ਕਰਦੀ ਹੈ। ਰਾਜਨੀਤੀ ਸਿਧਾਂਤ ਘੜਦੀ ਹੈਗੀ ਹੈ ਕਿ ਤੁਸੀਂ ਮੰਨ ਕੇ ਚਲੋ ਅਲੰਕਾਰ ਦੇਖਣਾ, ਉਹ ਰਾਜਨੀਤੀ ਦੱਸੂਗੀ। ਤੁਸੀਂ ਉਹਦੇ ਵਿੱਚ ਜਿਹੜਾ ਬਿੰਬ ਦੇਖਣਾ, ਪ੍ਰਤੀਕ ਦੇਖਣਾ ਹੈਗਾ, ਤੁਸੀਂ ਉਹਦੇ ਵਿੱਚ ਰਸ ਦੀ ਅਭਿਵਿਅੰਜਨਾ ਕਰਨੀ ਹੈਗੀ ਹੈ, ਤੁਸੀਂ ਉਹਦੇ ਜਨਰਲਾਈਜੇਸ਼ਨ ਦੇਖਣੀ ਹੈਗੀ ਹੈ, ਰਸ ਦਾ ਸਧਾਰਨੀਕਰਨ ਦੇਖਣਾ, ਕੀ ਉਹ ਰਾਜਨੀਤੀ ਜਾਂ ਮਨੋਵਿਗਿਆਨ ਦੱਸਣਗੇ? ਨਹੀਂ, ਇਹ ਵੀ ਨਹੀਂ ਦੋਨੇ ਦੱਸਣਗੇ, ਕਿਉਂਕਿ ਸੰਬੰਧ ਹੀ ਨਹੀਂ ਹੈਗਾ ਇਹਨਾਂ ਚੀਜ਼ਾਂ ਨਾਲ, ਮਨੋਵਿਗਿਆਨ ਜਾਂ ਰਾਜਨੀਤੀ ਦਾ। ਕਿਹੜੀ ਚੀਜ਼ ਦਾ ਸੰਬੰਧ ਆ ਇਹਦੇ ਨਾਲ? ਸੰਬੰਧ ਹੈ ਕਾਵ ਸ਼ਾਸਤਰ ਦਾ, ਪੋਇਟਿਕਸ ਦਾ। ਕਾਵ ਦਾ ਸ਼ਾਸਤਰ ਜਿਹੜਾ ਹੈਗਾ, ਕਾਵ ਦਾ ਪੋਇਟਿਕਸ ਜਿਹੜਾ ਹੈਗਾ ਜਾਂ ਸ਼ਾਸਤਰ ਹੈਗਾ ਜਾਂ ਸਮੀਖਿਆ ਸ਼ਾਸਤਰ ਹੈਗਾ, ਉਹ ਉਹਦੇ ਨਿਯਮਾਂ ਨੂੰ ਨਿਰਧਾਰਿਤ ਕਰਦਾ। ਸਾਹਿਤ ਦੇ ਨਿਯਮ ਹੁੰਦੇ ਨੇ ਜਿਹੜੇ, ਤੇ ਨਿਯਮਾਂ ਨੂੰ ਆਧਾਰ ਬਣਾ ਕੇ ਹੀ ਤੁਸੀਂ ਲਿਟਰੇਚਰ ਦਾ ਅਧਿਐਨ ਕਰ ਸਕਦੇ ਹੋ, ਉਹਦੀ ਸਮੀਖਿਆ ਕਰ ਸਕਦੇ ਹੈਗੇ ਹੋ। ਇਸ ਕਰਕੇ ਸਾਡਾ ਆਨਸਰ ਉਹ ਪ੍ਰਥਮ ਹੋਊਗਾ, ਕਾਵ ਸ਼ਾਸਤਰ। ਉਦਾਤ ਦਾ ਸੰਕਲਪ ਕਿਸ ਦਾ ਹੈ? ਜਿਹੜਾ ਉਦਾਤ ਦਾ ਚਾਰ ਨੇ ਸਾਡੇ ਕੋਲੇ, ਹੋਰੇਸ ਇਹ ਵੀ ਨਹੀਂ ਹੈ, ਅਰਸਤੂ ਵੀ ਨਹੀਂ ਹੈ, ਤੇ ਪਲੈਟੋ ਵੀ ਨਹੀਂ ਹੈ। ਇਹ ਹੈ ਲੌਂਜਾਈਨਸ। ਲੌਂਜਾਈਨਸ ਦੀ ਕਿਤਾਬ ਹੈਗੀ ਔਨ ਦਾ ਸਬਲਾਈਮ। ਉਹਦੇ ਵਿੱਚ ਇਹਨੇ ਸਬਲਾਈਮ ਦਾ ਸਿਧਾਂਤ ਦਿੱਤਾ ਹੈਗਾ, ਉਦਾਤ। ਸਬਲਾਈਮ ਇਹਦੀ ਕਿਤਾਬ ਦਾ ਨਾਮ ਹੈ, ਔਨ ਦਾ ਸਬਲਾਈਮ। ਤੇ ਉਹਦੇ ਵਿੱਚ ਸਬਲਾਈਮ ਜਾਂ ਉਦਾਤ ਦਾ ਸਿਧਾਂਤ ਜਿਹੜਾ ਪੇਸ਼ ਕਰਨ ਵਾਲਾ ਹੈਗਾ ਹੈ, ਇਹ ਲੌਂਜਾਈਨਸ ਹੈਗਾ। ਇਹ ਕਲਾਸਿਕ ਵਾਦੀਆ ਹੈਗਾ, ਕਲਾਸਿਕਵਾਦੀ ਆਲੋਚਨਾ ਦਾ ਹੀ ਇੱਕ ਆਲੋਚਕ ਹੈਗਾ। ਅਰਸਤੂ ਇਹਨਾਂ ਤੋਂ ਬਾਅਦ ਵਿੱਚ ਹੋਇਆ ਹੈਗਾ, ਪਲੈਟੋ ਤੇ ਅਰਸਤੂ ਹੋਰਾਂ ਤੋਂ ਬਾਅਦ ਦੇ ਵਿੱਚ। ਹੀਰ ਦਾ ਕਿੱਸਾ ਕਲੀਆਂ ਵਿੱਚ ਕਿਸਨੇ ਲਿਖਿਆ? ਤੋ ਇਹਦੇ ਕੋਲੇ ਸਾਡੇ ਕੋਲੇ ਚਾਰ ਆਪਸ਼ਨ ਨੇ। ਜਿਹੜੇ ਇਹ ਬੰਦੇ ਨੇ, ਇਹਨਾਂ ਸਾਰਿਆਂ ਨੇ ਹੀਰ ਦਾ ਜਿਹੜਾ ਕਿੱਸਾ ਹੈਗਾ ਉਹ ਬੈਂਤ ਛੰਦ ਦੇ ਵਿੱਚ ਲਿਖਿਆ, ਅਹਿਮਦ ਯਾਰ ਨੇ ਤੇ ਵਾਰਿਸ ਸ਼ਾਹ ਨੇ। ਤੋ ਜਿਹੜਾ ਭਗਵਾਨ ਸਿੰਘ ਹੈਗਾ, ਤੋ ਭਗਵਾਨ ਸਿੰਘ ਨੇ ਜਿਹੜਾ ਹੀਰ ਦਾ ਕਿੱਸਾ ਹੈਗਾ ਉਹ ਕਲੀਆਂ ਦੇ ਵਿੱਚ ਜਿਹੜਾ ਹੈਗਾ ਉਹ ਲਿਖਿਆ ਹੈਗਾ। ਭਗਵਾਨ ਸਿੰਘ ਜਿਹੜਾ ਹੈਗਾ ਉਹ ਮਾਲਵੇ ਦਾ ਕਵੀ ਹੈ, ਔਰ ਇਸਨੇ ਇਹਦਾ ਕਿੱਸਾ ਸੀ ਜਿਹੜਾ ਉਹ ਕਲੀਆਂ ਵਿੱਚ ਲਿਖਿਆ ਸੀਗਾ। ਨੀਂਹ ਤੇ ਉਸਾਰ ਦਾ ਸੰਬੰਧ ਹੈ ਅਮਰੀਕੀ ਨਵ ਆਲੋਚਨਾ ਨਾਲ? ਨਹੀਂ, ਇਹਦੇ ਨਾਲ ਵੀ ਨਹੀਂ ਹੈਗਾ। ਸੰਰਚਨਾਵਾਦ ਨਾਲ ਵੀ ਨਹੀਂ ਹੈ, ਰੂਸੀ ਰੂਪਵਾਦ ਨਾਲ ਵੀ ਨਹੀਂ। ਇਹਦਾ ਸੰਬੰਧ ਹੈ ਮਾਰਕਸਵਾਦੀ ਪ੍ਰਣਾਲੀ ਦੇ ਨਾਲ। ਨੀਂਹ ਤੇ ਉਸਾਰ ਦਾ ਸੰਬੰਧ ਹੈਗਾ ਜਿਹੜਾ ਉਹ ਮਾਰਕਸਵਾਦੀ ਪ੍ਰਣਾਲੀ ਹੈਗੀ ਹੈ ਜਿਹੜੀ, ਉਹਦੇ ਨਾਲ ਸੰਬੰਧ ਜੁੜਦਾ ਹੈਗਾ। ਬਸ। ਮਹਾਕਾਵ ਭੇਦ ਹੈ। ਤੋ ਮਹਾਕਾਵ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਾ ਹਾਂ ਕਿ ਮਹਾਕਾਵ ਪ੍ਰਬੰਧ ਕਾਵ ਦਾ ਹੀ ਇੱਕ ਭੇਦ ਹੁੰਦਾ ਹੈਗਾ। ਇਸ ਕਰਕੇ ਸਾਡਾ ਆਨਸਰ ਜਿਹੜਾ ਇੱਥੇ ਆੜਾ ਆਊਗਾ। ਰਸ ਸਿਧਾਂਤ ਦਾ ਮੋਢੀ ਹੈ। ਇੱਥੇ ਸਾਡੇ ਕੋਲ ਚਾਰ ਆਪਸ਼ਨ ਨੇ। ਪਹਿਲਾ ਹੈ ਆਨੰਦਵਰਧਨ। ਆਨੰਦਵਰਧਨ ਧੁਨੀ ਸਿਧਾਂਤ ਦਾ ਮੋਢੀ ਹੈ। ਧੁਨੀ ਸਿਧਾਂਤ ਹੈ ਇਹਦਾ। ਇਹਦੀ ਕਿਤਾਬ ਦਾ ਨਾਮ ਹੈ ਧਵਨੀਆਲੋਚਨਮ। ਧਵਨੀਆ ਲੋਕ ਹੈ, ਧਵਨੀਆਲੋਚਨਮ ਨਹੀਂ ਬਈ। ਉਸ ਤੋਂ ਬਾਅਦ ਆ ਗਿਆ ਵਿਸ਼ਵਨਾਥ। ਵਿਸ਼ਵਨਾਥ ਜਿਹੜਾ ਹੈਗਾ ਵਰੁੱਤੀਕਾਰ ਹੈਗਾ, ਇਹਨੇ ਵਰੁੱਤੀ ਲਿਖੀ ਹੈ, ਸਾਰਿਆਂ ਦੇ ਸਿਧਾਂਤਾਂ ਦੇ ਉੱਪਰ ਵਰੁੱਤੀ ਲਿਖੀ ਹੈ ਇਸ ਬੰਦੇ ਨੇ। ਇਹਦੀ ਕਿਤਾਬ ਦਾ ਨਾਮ ਹੈ ਸਾਹਿਤਯ ਦਰਪਣ। ਸਾਹਿਤਯ ਦਰਪਣ। ਉਸ ਤੋਂ ਬਾਅਦ ਦੇ ਵਿੱਚ ਆ ਜਾਂਦਾ ਦੰਡੀ। ਦੰਡੀ ਦਾ ਸਿਧਾਂਤ ਜਿਹੜਾ ਹੈਗਾ ਉਹ ਅਲੰਕਾਰ ਹੈ, ਅਲੰਕਾਰ। ਔਰ ਇਹਦੀ ਕਿਤਾਬ ਦਾ ਨਾਮ ਹੈ ਕਾਵਿ ਆਦਰਸ਼। ਕਾਵਿ ਆਦਰਸ਼ ਇਹਦਾ ਗ੍ਰੰਥ ਹੈਗਾ। ਤੋ ਰਸ ਸਿਧਾਂਤ ਦਾ ਮੋਢੀ ਜਿਹੜਾ ਹੈਗਾ ਉਹ ਹੈ ਭਰਤ ਮੁਨੀ। ਇਹਦੀ ਕਿਤਾਬ ਦਾ ਨਾਮ ਹੈ ਨਾਟਯ ਸ਼ਾਸਤਰ। ਨਾਟਯ ਸ਼ਾਸਤਰ। ਸ਼ਾਸਤਰ ਸ਼ਾਸਤਰ। ਔਰ ਇਹ 72 BC ਦੇ ਵਿੱਚ ਹੋਇਆ ਹੈਗਾ ਬੰਦਾ ਭਰਤ ਮੁਨੀ, ਈਸਾ ਤੋਂ 72 ਸਾਲ ਪਹਿਲਾਂ। ਔਰ ਇਹਨੇ ਆਪਣੀ ਪੁਸਤਕ ਦੇ ਵਿੱਚ ਨਾਟਯ ਸ਼ਾਸਤਰ ਦੇ ਵਿੱਚ ਜਿਹੜਾ ਰਸ ਦਾ ਸਿਧਾਂਤ ਦਿੱਤਾ ਹੈ, ਵਿਭਾਵਾ ਅਨੁਭਾਵਾ ਵਿਭਚਾਰੀय ਸੰਯੋਗਾਰਧੋ ਰਸੋ ਨਿਸ਼ਪਤੀ। ਇਹਦਾ ਰਸ ਸੂਤਰਾ ਜਿਹਨੂੰ ਵੱਖ-ਵੱਖ ਵ੍ਰਿਤੀਕਾਰਾਂ ਨੇ ਐਕਸਪਲੇਨ ਕੀਤਾ ਹੈਗਾ। ਤੋ ਇਹ ਜਿਹੜਾ ਰਸ ਦੀ ਕਾਵ ਦੀ ਆਤਮਾ ਰਸ ਨੂੰ ਮੰਨਦਾ ਹੈਗਾ। ਸੈਂਟੀਮੈਂਟ, ਰਸ ਦਾ ਪਰਿਆਏ ਅੰਗਰੇਜ਼ੀ ਦੇ ਵਿੱਚ ਸੈਂਟੀਮੈਂਟ ਹੈਗਾ, ਸੈਂਟੀਮੈਂਟ ਨੂੰ ਮੰਨਦਾ ਹੈਗਾ। ਮਨੋਵਿਗਿਆਨਕ ਅਧਿਐਨ ਪ੍ਰਣਾਲੀ ਨਾਲ ਸੰਬੰਧਿਤ ਹਨ। ਤੋ ਇੱਥੇ ਸਾਡੇ ਕੋਲੇ ਜਿਹੜੇ ਹੈਗੇ ਨੇ ਉਹ ਚਾਰ ਬੰਦੇ, ਚਾਰ ਆਪਸ਼ਨਸ ਨੇ ਸਾਡੇ ਕੋਲੇ। ਇਹਦੇ ਵਿੱਚ ਡਾਕਟਰ ਫਰਾਇਡ, ਫਰਾਇਡ ਤੇ ਠੀਕ ਹੈ, ਪਰ ਮਾਰਕਸ ਤੇ ਐਂਗਲਸ ਨਹੀਂ। ਉਸ ਤੋਂ ਬਾਅਦ ਆ ਜਾਂਦਾ ਯੋਂਗ, ਯੋਂਗ ਠੀਕ ਹੈ। ਅਰਨਾਲਡ, TS ਇਲੀਅਟ ਇਹ ਨਹੀਂ ਹੈਗੇ। ਉਸ ਤੋਂ ਬਾਅਦ ਰਿਮਾਂਡ ਵਿਲੀਅਮ, ਲੁਕਾਚ ਤੇ ਦਰਿਦਾ ਇਹ ਨਹੀਂ ਹੈਗਾ। ਰਿਮਾਂਡ ਵਿਲੀਅਮ ਮਾਰਕਸਵਾਦੀ ਹੈ, ਲੁਕਾਚ ਜਿਹੜਾ ਹੈਗਾ ਉਹ ਸਮਾਜ ਸ਼ਾਸਤਰੀ ਹੈ, ਤੇ ਦਰਿਦਾ ਜਿਹੜਾ ਵਿਖੰਡਨਵਾਦੀ ਹੈਗਾ। ਤੋ ਆਨਸਰ ਸਾਡਾ ਜਿਹੜਾ ਆਏਗਾ ਉਹ ਹੈ ਡਾਕਟਰ ਸਿਗਮੰਡ ਫਰਾਇਡ, ਐਡਲਰ ਤੇ ਯੋਂਗ। ਇਹ ਤਿੰਨੇ ਮਨੋਵਿਗਿਆਨਕ ਪ੍ਰਣਾਲੀ ਨਾਲ ਸੰਬੰਧ ਰੱਖਣ ਵਾਲੇ ਬੰਦੇ ਹੈਗੇ ਨਾ। ਅਜਨਬੀਕਰਨ ਦਾ ਸੰਬੰਧ ਹੈ। ਸਾਡੇ ਕੋਲ ਚਾਰ ਜਿਹੜੀਆਂ ਹੈਗੀਆਂ ਨੇ ਸਮੀਖਿਆ ਪ੍ਰਣਾਲੀਆਂ ਇੱਥੇ ਪ੍ਰਸਤੁਤ ਕੀਤੀਆਂ ਗਈਆਂ ਨੇ। ਇਹਦੇ ਵਿੱਚੋਂ ਕਿਹੜੀ ਚੀਜ਼ ਨਾਲ ਅਜਨਬੀਕਰਨ ਦਾ ਸੰਬੰਧ ਹੈਗਾ? ਤੋ ਪ੍ਰਥਮ ਹੈਗਾ ਜਿਹੜਾ ਮਾਰਕਸਿਜ਼ਮ। ਮਾਰਕਸਿਜ਼ਮ ਨਾਲ ਇਹਦਾ ਸੰਬੰਧ ਨਹੀਂ।
ਉਸ ਤੋਂ ਬਾਅਦ ਦੇ ਵਿੱਚ ਚੈਨ ਵਿਗਿਆਨ ਨਾਲ ਵੀ ਨਹੀਂ ਹੈਗਾ ਤੇ ਨਾ ਹੀ ਇਹਦਾ ਸੰਰਚਨਾਵਾਦ ਨਾਲ ਹੈ। ਅਜਨਬੀਕਰਨ ਦਾ ਸੰਬੰਧ ਹੈ ਰੂਸੀ ਰੂਪਵਾਦ ਦੇ ਨਾਲ, ਇਹਦੇ ਨਾਲ ਇਹਦਾ ਜਿਹੜਾ ਹੈਗਾ ਸੰਬੰਧ ਜੁੜਦਾ ਹੈਗਾ। ਸੌਝਵਾਦੀ ਪ੍ਰਣਾਲੀ ਦਾ ਪ੍ਰਸਿੱਧ ਵਿਦਵਾਨ ਕੌਣ ਹੈ? ਸੌਝਵਾਦੀ ਆ ਜਿਹੜਾ ਇਹਨਾਂ ਵਿੱਚੋਂ ਹੈਗਾ ਉਹ ਹੈ ਕਰੋਚੇ ਹੈਗਾ, ਤੇ ਮੈਥਿਊ ਰੋਨਾਲਡ ਵੀ ਹੈਗਾ, ਪਰੰਤੂ ਕਰੋਚੇ ਜਿਹੜਾ ਹੈਗਾ ਉਹ ਇਹਦੇ ਨਾਲੋਂ ਜ਼ਿਆਦਾ ਜਿਹੜਾ ਹੈ ਮਕਬੂਲੀਅਤ ਉਹਨੇ ਹਾਸਲ ਕੀਤੀ ਹੈਗੀ। ਸਾਡਾ ਆਨਸਰ ਜਿਹੜਾ ਈਡੀ ਆਊਗਾ। ਪੰਜਾਬੀ ਸਾਹਿਤ ਦਾ ਮੁੱਢ ਬੱਝਾ, ਪੰਜਾਬੀ ਸਾਹਿਤ ਦਾ ਮੁੱਢ ਕਿਹਨਾਂ ਤੋਂ ਬੱਝਾ ਹੈਗਾ? ਇੱਥੇ ਟਪਲਾ ਨਹੀਂ ਖਾਣਾ, ਕਈ ਬਾਬਾ ਫਰੀਦ ਤੋਂ ਸਮਝ ਲੈਂਦੇ ਨੇ। ਬਾਬਾ ਫਰੀਦ ਤੇ ਮੀਲ ਪੱਥਰ ਨਹੀਂ ਹੈਗੇ ਸਾਹਿਤ ਦੇ, ਠੀਕ ਹੈ ਚਲੋ ਬੈਕਬੋਨ ਜ਼ਰੂਰ ਹੈਗੇ ਨੇ ਉਹ ਪੰਜਾਬੀ ਲਿਟਰੇਚਰ ਦੀ, ਪਰ ਜਿਹੜਾ ਮੀਲ ਪੱਥਰ ਹੈਗਾ ਉਹ ਨਾਥ ਜੋਗੀ ਨੇ। ਨਾਥਾਂ ਜੋਗੀਆਂ ਤੋਂ ਹੀ ਪੰਜਾਬੀ ਸਾਹਿਤ ਦਾ ਜਿਹੜਾ ਮੁੱਢ ਵੱਜਦਾ ਹੈਗਾ। ਸਾਡਾ ਆਨਸਰ ਜਿਹੜਾ ਹੈਗਾ ਇੱਥੇ ਉਹ ਸੱਸਾ ਆਏਗਾ। ਬਾਬਾ ਫਰੀਦ ਤੇ ਅੱਗਾਂ ਦੀ ਗਾਂ ਕਹਿ ਲਓ ਤੁਸੀਂ ਇੱਕ ਵਕਤਾ ਹੀ ਨੇ ਪੰਜਾਬੀ ਦੇ, ਇੱਕ ਕਵੀ ਹੀ ਹੋਏ ਨੇ ਸਮੇਂ ਦੇ ਅਨੁਸਾਰ ਜਿਹੜੇ ਹੈਗੇ ਨਾ। ਤੋ ਆਨਸਰ ਸਾਡਾ ਜਿਹੜਾ ਉਹ ਸੱਸਾ ਆਏਗਾ ਇੱਥੇ। ਪੰਜਾਬੀ ਕਿੱਸਾ ਮੁੱਖ ਰੂਪ ਵਿੱਚ ਪ੍ਰਭਾਵਿਤ ਹੈ ਪ੍ਰੇਮਾਖਿਆਨ ਤੋਂ, ਮਸਨਵੀ ਤੋਂ, ਲੋਕ ਗਾਥਾ ਤੋਂ ਜਾਂ ਪੁਰਾਣ ਕਥਾ ਤੋਂ। ਤੋ ਜਿਹੜਾ ਪੰਜਾਬੀ ਦਾ ਕਿੱਸਾ ਹੈ ਉਹ ਸੰਸਕ੍ਰਿਤ ਦੇ, ਮਸਨਵੀ ਤੋਂ ਕਈ ਬੰਦੇ ਸਮਝਦੇ ਨੇ, ਇੱਥੇ ਟਪਲਾ ਨਹੀਂ ਖਾਣਾ, ਮਸਨਵੀ ਹੋਰ ਹੈ। ਮਸਨਵੀ ਕਾਵ ਰੂਪ ਹੈ ਇੱਕ, ਮੂਲ ਰੂਪ ਦੇ ਵਿੱਚ ਜਿਹੜਾ ਕਿੱਸਾ ਹੈ ਉਹ ਸੰਸਕ੍ਰਿਤ ਦੇ ਪ੍ਰੇਮਾਖਿਆਨ ਤੋਂ ਪ੍ਰਭਾਵਿਤ ਹੈ। ਆਹ ਸਹੀ ਆਨਸਰ ਹੈ। ਕਈ ਮਸਨਵੀ ਤੇ ਲਾ ਦਿੰਦੇ ਨੇ, ਮਸਨਵੀ ਨਹੀਂ ਹੈਗਾ ਇਹ, ਜਾਂ ਲੋਕ ਗਾਥਾ ਜਾਂ ਪੁਰਾਣ ਗਾਥਾ ਨਹੀਂ ਹੈਗਾ। ਠੀਕ ਹੈ ਸਾਹਿਤਕ ਰੂਪ ਨੇ ਵੀ ਅਲੱਗ-ਅਲੱਗ, ਪਰ ਜਿਹੜਾ ਪ੍ਰਭਾਵ ਪਾਇਆ ਹੈਗਾ ਉਹ ਸਭ ਤੋਂ ਜ਼ਿਆਦਾ ਪ੍ਰੇਮਾਖਿਆਨ ਨੇ ਪਾਇਆ ਹੈਗਾ ਸੰਸਕ੍ਰਿਤ ਦੇ ਨੇ ਕਿੱਸੇ ਦੇ ਉੱਪਰ। ਰੰਗਤ ਇਹਨੂੰ ਅਰਬ ਦੀ ਹੈਗੀ ਆ, ਰੰਗਤ ਸੈਮਟਿਕ ਦੀ ਹੈਗੀ ਆ, ਪਰ ਪ੍ਰਭਾਵ ਉਹਦਾ ਸਿਰਜਾ ਹੈਗਾ ਇਹਦੇ ਤੇ ਜ਼ਿਆਦਾ। ਪ੍ਰਯੋਗਸ਼ੀਲ ਕਾਵਧਾਰਾ ਨਾਲ ਸੰਬੰਧਿਤ ਕਵੀ ਹਨ ਜਿਹੜੇ ਪ੍ਰਯੋਗਵਾਦੀਏ ਹੈਗੇ ਨੇ। ਤੋ ਮੋਹਨ ਸਿੰਘ ਜਿਹੜਾ ਹੈ ਇਹ ਨਹੀਂ, ਨਾ ਹੀ ਸਫੀਰ ਆ ਪ੍ਰੀਤਮ ਸਿੰਘ, ਨਾ ਇਹ ਸੁਖਪਾਲ ਵੀਰ ਸਿੰਘ ਹਸਰਤ ਹੈਗਾ, ਪਰ ਇਹ ਇਕੱਲਾ ਹੀ, ਇਹਦੇ ਵਿੱਚ ਦੋ ਨਹੀਂ। ਆ ਸਤਿਤਵਵਾਦੀ ਹੈ, ਰੋਮਾਂਸਵਾਦੀ ਹੈ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈ ਅੰਮ੍ਰਿਤਾ ਪ੍ਰੀਤਮ ਰੋਮਾਂਸਵਾਦੀ ਹੈ, ਹਰਭਜਨ ਸਿੰਘ ਜਿਹੜਾ ਹੈਗਾ ਸੌਝਵਾਦੀ ਹੈ, ਤੇ ਨੇਕੀ ਜਿਹੜਾ ਸਤਿਤਵਵਾਦੀ ਹੈ। ਤੋ ਆ ਸ਼ਿਵ ਕੁਮਾਰ ਲਿਖਣਾ ਸੀ ਭਾਈ, ਇਹ ਰੋਮਾਂਸਵਾਦੀ ਹੈ। ਦੇਵ ਤੇ ਪਾਤਰ ਅੱਗੇ ਪ੍ਰਗਤੀਵਾਦੀ ਨੇ, ਇਹ ਵੀ ਗਲਤ ਹੈ। ਤੇ ਸਹੀ ਆਏਗਾ ਜਸਬੀਰ ਸਿੰਘ ਆਲੂਵਾਲੀਆ, ਸੁਖਪਾਲ ਵੀਰ ਸਿੰਘ ਹਸਰਤ ਤੇ ਤਾਰਾ ਸਿੰਘ ਕਾਮਲ। ਇਹ ਤਿੰਨ ਬੰਦੇ ਜਿਹੜੇ ਹੈਗੇ ਨੇ ਇਹ ਪ੍ਰਯੋਗਵਾਦੀਏ ਹੈਗੇ ਨੇ। ਇਸ ਕਰਕੇ ਸਾਡਾ ਆਨਸਰ ਜਿਹੜਾ ਉਹ ਸੱਸਾ ਆਏਗਾ। ਸਭ ਤੋਂ ਲਾਸਟ ਵਾਲਾ ਆਨਸਰ ਆਏਗਾ ਆਹ ਸੱਸਾ। ਵਿਅਕਤੀਵਾਦੀ ਖੁੱਲ ਉੱਤੇ ਕਿਸ ਵਾਦ ਨੇ ਬਲ ਜ਼ਿਆਦਾ ਦਿੱਤਾ ਹੈ? ਤੋ ਚਾਰ ਆਪਸ਼ਨ ਨੇ। ਰਹੱਸਵਾਦ ਮਿਸਟਰੀਜ਼ਮ, ਉਹ ਰਹੱਸ ਦੀ ਗੱਲ ਕਰਦਾ ਹੈ, ਅਣਸੁਲਝੀ ਚੀਜ਼ ਦੀ ਗੱਲ ਕਰਦਾ ਹੈ, ਇਸ ਕਰਕੇ ਆਨਸਰ ਸਾਡਾ ਨਹੀਂ ਹੈ। ਪ੍ਰਗਤੀਵਾਦ ਠੀਕ ਹੈ, ਪ੍ਰਗਤੀਵਾਦ ਮਨੁੱਖ ਦੀ ਲੋੜ ਦੀ ਗੱਲ ਕਰਦਾ, ਅੱਗੇ ਵਧਣ ਦੀ ਗੱਲ ਕਰਦਾ, ਪਰ ਵਿਅਕਤੀਵਾਦੀ ਖੁੱਲ ਦੀ ਗੱਲ ਨਾ ਤੇ ਪ੍ਰਗਤੀਵਾਦ ਕਰਦਾ ਤੇ ਨਾ ਹੀ ਪ੍ਰਯੋਗਵਾਦ ਕਰਦਾ ਹੈ। ਇਹ ਕਰਦਾ ਰੋਮਾਂਸਵਾਦ। ਰੋਮਾਂਸਵਾਦ ਨੇ ਵਿਅਕਤੀਵਾਦੀ ਖੁੱਲ ਦੇ ਉੱਪਰ ਜ਼ਿਆਦਾ ਬਲ ਦਿੱਤਾ ਹੈਗਾ। ਪੰਜਾਬੀ ਕਿੱਸਾ ਕਾਵਿ ਦਾ ਮੋਢੀ ਹੈ। ਤੋ ਪੰਜਾਬੀ ਕਿੱਸਾ ਕਾਵਿ ਦਾ ਜਿਹੜਾ ਮੋਢੀ ਹੈਗਾ ਹੈ ਉਹ ਹੈ ਦਮੋਦਰ। ਸਭ ਤੋਂ ਪ੍ਰਥਮ ਕਿੱਸਾ ਦਵਈਏ ਦੇ ਵਿੱਚ ਦਮੋਦਰ ਨੇ ਲਿਖਿਆ ਸੀਗਾ, ਹੀਰ ਦਾ ਕਿੱਸਾ। ਤੋ ਇਸ ਕਰਕੇ ਕਿੱਸਾ ਕਾਵਿ ਦਾ ਮੋਢੀ ਹੈਗਾ ਦਮੋਦਰ। ਔਰ ਦਵਈਆ ਛੰਦ ਦੇ ਵਿੱਚ ਜਿਹੜਾ ਇਹਨੇ ਕਿੱਸਾ ਆਪਣਾ ਲਿਖਿਆ ਸੀਗਾ, ਦਵਈਆ ਛੰਦ ਦੇ ਵਿੱਚ। ਤੋ ਵਾਰਿਸ ਉਦੋਂ ਬਾਅਦ ਮੁਕਬਲ ਹੋ ਜਾਂਦਾ, ਫਿਰ ਹਾਸ਼ਮ ਤੇ ਵਾਰਿਸ ਦਾ ਸਮਾਂ ਆਉਂਦਾ ਹੈਗਾ। ਮੋਢੀ ਅਸੀਂ ਦਮੋਦਰ ਨੂੰ ਹੀ ਮੰਨਾਂਗੇ। ਪੁਰਾਤਨ ਜਨਮ ਸਾਖੀ ਦਾ ਲੇਖਕ ਕੌਣ ਹੈ? ਤੋ ਇੱਕ ਚੀਜ਼ ਯਾਦ ਰੱਖਣੀ ਹੈ, ਕਾਲੀ ਨਹੀਂ ਕਰਨੀ। ਕਈ ਵਾਰ ਟਪਲਾ ਖਾ ਕੇ ਮੈਂ ਆਪ ਦੇਖਿਆ ਹੈਗਾ, ਇੱਥੇ ਗਲਤ ਕਰਦੇ। ਇਹਦਾ ਲੇਖਕ ਪੁੱਛਿਆ ਉਹਨਾਂ ਨੇ, ਕਈ ਕੀ ਕਰਦੇ ਨੇ ਭਾਈ ਵੀਰ ਸਿੰਘ, ਤੇ ਛੇਤੀ ਦੇ ਨੇ ਉੱਥੇ ਫਿਲ, ਉਹ ਜਿਹੜਾ ਓਵਲ ਹੁੰਦਾ ਭਾਈ ਵੀਰ ਸਿੰਘ ਵਾਲਾ ਫਿਲ ਕਰ ਦਿੰਦੇ ਨੇ ਦਵਾ ਦਵ। ਭਾਈ ਵੀਰ ਸਿੰਘ ਸੰਪਾਦਕ ਹੈ ਇਹਦਾ, ਲੇਖਕ ਨਹੀਂ। ਉਹਨੇ ਲੇਖਕ ਪੁੱਛਿਆ ਸਾਡੇ ਕੋਲੋਂ, ਭਾਈ ਵੀਰ ਸਿੰਘ ਨੇ ਇਹਨੂੰ ਸੰਪਾਦਿਤ ਕੀਤਾ ਹੈ। ਇਸ ਕਰਕੇ ਨਾ ਤੇ ਭਾਈ ਵੀਰ ਸਿੰਘ ਹੈ, ਨਾ ਭਾਈ ਗੁਰਦਾਸ ਹੈ, ਨਾ ਸੋਢੀ ਮਿਹਰਬਾਨ ਹੈ। ਇਹਨਾਂ ਵਿੱਚੋਂ ਕੋਈ ਨਹੀਂ। ਆਨਸਰ ਸਾਡਾ ਆਏਗਾ ਸੱਸਾ। ਇਹਨਾਂ ਵਿੱਚੋਂ ਕੋਈ ਨਹੀਂ ਹੈਗਾ। ਇਸ਼ਕ ਪੀਰ ਫਕੀਰ ਦਾ ਮਰਤਬਾ ਹੈ ਕਿਸ ਰਚਨਾ ਵਿੱਚੋਂ ਹੈ? ਇਹਦਾ ਪੂਰਾ ਹੈਗਾ ਇਸ਼ਕ ਪੀਰ ਫਕੀਰ ਦਾ ਮਰਤਬਾ ਹੈ ਬੰਦਾ ਇਸ਼ਕ ਦਾ ਭਲਾ ਰੰਜੂਲ ਮੀਆਂ। ਇਹ ਬੈਂਤ ਹੈਗਾ ਹੀਰ ਵਾਰਿਸ ਦੇ ਵਿੱਚੋਂ ਲਿਆ ਗਿਆ ਹੈਗਾ। ਇੱਕ ਬੈਂਤ ਹੈ ਵਾਰਿਸ ਦੀ ਹੀਰ ਦੇ ਵਿੱਚੋਂ, ਜਿੱਥੇ ਇਸ਼ਕ ਨੂੰ ਐਕਸਪਲੇਨ ਕਰਦਾ। ਪਹਿਲਾ ਜਿਹੜਾ ਹੈ ਤੋ ਲੋਲਾਕ ਦੀ ਗੱਲ ਇੱਥੇ ਕੀਤੀ ਹੈਗੀ ਹੈ ਇਸ ਬੰਦ ਦੇ ਵਿੱਚ, ਜਿੱਥੇ ਲੋਲਾਕ ਲਮਾ ਖਲਕ ਤੋਂ ਲਫਲਾਕ ਕੁਰਾਨ ਦੀ ਆਇਤ ਨੂੰ ਜਿਹੜਾ ਹੈਗਾ ਵਾਰਿਸ ਨੇ ਇੱਥੇ ਐਕਸਪਲੇਨ ਕੀਤਾ ਹੈਗਾ ਇਸ ਦੇ ਵਿੱਚ। ਇਸ ਕਰਕੇ ਹੀਰ ਵਾਰਿਸ ਦੀ ਰਚਨਾ ਦੇ ਵਿੱਚੋਂ ਲਿਆ ਗਿਆ ਬੰਦ, ਇੱਕ ਬੰਦ ਹੈਗਾ। ਚਿਸ਼ਤੀ ਸੰਪਰਦਾਇ ਨਾਲ ਸੂਫੀ ਕਵੀ ਹੈ। ਮੈਂ ਪਹਿਲਾਂ ਦੱਸ ਚੁੱਕਾ ਹਾਂ ਕਿ ਬਾਬਾ ਫਰੀਦ ਜਿਹੜੇ ਹੈਗੇ ਨੇ ਉਹ ਚਿਸ਼ਤੀ ਨੇ,
चिश्ती संप्रदाय विचों ने। बुल्ले शाह जिहड़े ने वो कादरी ने, याद रखना हैगा। सुल्तान बाहू सरवरी कादरी ने, सरवरी कादरी। और जिहड़ा गुलाम फरीद है ये भी कादरी ही है, ते बाकी कादरी ने। बाबा फरीद जिहड़े हैगे ने वो अपने चिश्ती संप्रदाय नाल संबंध रखते हैगे ने। त्रासदी की है? भै ते संताप दा उदय, नहीं, गलत है। तर भै ते विरेचन दा उदय, ये भी गलत है। करुणा ते रस दा उदय, ये भी गलत है। तरस ते भै दे उदय नूं त्रासदी आख्या जांदा। जदों तरस मन दे विच और नाल दी नाल डर दी अभिव्यंजना हुंदी हैगी है, उस वेले त्रासदी दा जिहड़ा जन्म हुंदा हैगा। रस सिद्धांत की संकल्पना है, किहड़े विच रस सिद्धांत की संकल्पना की गई है? तो साडे कोल 4 है। ये जिहड़ा साहित्य दर्पण है ये विश्वनाथ की वृत्ति है, विश्वनाथ की इहदे विच व्याख्या ही की गई है, विश्वनाथ ने की है, इहदे विच नहीं है। सिद्धांत कौम दी विच व्याकरण दे सिद्धांत ने, और वरदराज की किताब हैगी ये, वरदराज की। इहदे विच व्याकरण दीयां गल्लां ने, पाणिनी दे व्याकरण दा टीका है। और काव्य प्रकाश विच भी जिहड़ी हैगी है शास्त्रकारां दी, 6 शास्त्रकारां दी वृत्ति लिखी गई है इहदे विच भी मम्मट द्वारा। मम्मट दी किताब है, बड़ी मशहूर किताब है काव्य प्रकाश। तो इहदी जिहड़ी संकल्प जिहड़ा हैगा वो नाट्य शास्त्र विच है। नाट्य शास्त्र दे विच भरत मुनि जिहड़ा हैगा रस नूं एक्सप्लेन करदा, रस दी जिहड़ी प्रकृति नूं, उहदे स्वरूप नूं ते उहदे लक्षणां नूं जिहड़ा अभिव्यंजित करदा हैगा। धुनी सिद्धांत दा संस्थापक है। तो साडे कोले 4 ऑप्शन ने, इहदे विच आनंदवर्धन, कशमेंद्र, कुंतक ते भट्ट लोलट। तो इहदे जिहड़ा कशमेंद्र हैगा, इहदी किताब दा नाम है अचुत्या विचार चर्चा। अचुत्या विचार चर्चा। ये अचुत्या दा संकल्पन दी जिहड़ी संकल्पना करदा है, अचुत्या उचित कथन दी। उस तो बाद आ जांदा कुंतक। कुंतक दी किताब है वक्रोक्ति, वक्रोक्ति जीवितम। संस्कृत की किताब हैगी है वक्रोक्ति जीवितम। ये वक्रोक्ति की गल करता है, टेढ़े कथन की गल करता है। फिर हैगा भट्ट लोलट। भट्ट लोलट ने कोई सिद्धांत नहीं दिता। भट्ट लोलट का जिहड़ा अनुमानवाद हैगा रस के संदर्भ दे विच, अनुमानवाद, अनुमानवाद की गल करता है। सधारणीकरण के कंसैप्ट दे विच भट्ट लोलट जिहड़ा हैगा, जदों तुसीं जनरलाइजेशन नूं पढ़ोगे उदों इहदा अनुमानवाद पढ़ोगे भट्ट लोलट का। तो यह अनुमानवाद की गल करदा कि अनुमान दे नाल जिहड़ा रस हैगा अंतःकरण दे विच अलहाद की अवस्था दे विच पहुंच जांदा हैगा मनुख। इहनूं अनुमान दे नाल, अनुमान ला के, मूल पत्र दा अनुमान ला के। चलो वो वक्री गल हैगी, किते होर लैक्चर दे विच मैं तुहानूं एक्सप्लेन करूंगा इहनूं। तो धुनी सिद्धांत का जिहड़ा मोढी हैगा वो है आनंदवर्धन। इहदी किताब का नाम है ध्वनियां लोक। और इहदे ते टीका जिहड़ा लिखण वाला हैगा उहदा नाम हैगा अभिनव गुप्त। दी किताब हैगी अभिनव भारती, उहदे विच इहने टीका लिखिया हैगा जिहड़ा सॉरी अभिनव भारती विच तां उहने टीका लिखिया नाट्य शास्त्र दा। और दूजी उहदी किताब हैगी ध्वनियां लोचनम। ध्वनियां लोचनम च इहदे ते टीका लिखिया उहने आनंदवर्धन ने। मार्क्सवादी अध्ययन प्रणाली नाल संबंधित हन। हुण साडे कोल इत्थे 4 ऑप्शन ने, अर्नाल्ड, इलियट ते फ्रायड। नहीं, चारे नहीं हैगे ये। एक मार्क्स, एक इन्हां दे विचों जिहड़ा सौजवादी हैगा, एक प्रगतिवादी हैगा, और एक जिहड़ा हैगा वो अपना मनोविग्यानक है। मार्क्स, लुकाच ते रिमांड विलियम, फ्रायड, एडलर ते युंग, लैसिंग, क्रिस्तीविया ते दरेदा। इन्हां विचों फ्रायड, एडलर ते युंग भी नहीं हैगे, ये भी मनोविग्यानक ने। लैसिंग, क्रिस्तीविया ते दरेदा ये विखंडनवादी ने। ਇਹਦੇ ਵਿੱਚ ਮਾਰਕਸ, ਲੁਕਾਚ ਤੇ ਰਿਮੰਡ ਵਿਲੀਅਮ, ਇਹ ਤਿੰਨੇ ਬੰਦੇ ਜਿਹੜੇ ਹੈਗੇ ਨੇ, ਕਾਰਲ ਮਾਰਕਸ, ਜਾਰਜ ਲੁਕਾਚ ਤੇ ਰਿਮੰਡ ਵਿਲੀਅਮ, ਇਹਨਾਂ ਤਿੰਨਾਂ ਦਾ ਬੰਦਿਆਂ ਦਾ ਸੰਬੰਧ ਜਿਹੜਾ ਹੈਗਾ ਉਹ ਮਾਰਕਸਿਜ਼ਮ ਦੇ ਨਾਲ ਹੈਗਾ। ਇਸ ਕਰਕੇ ਸਾਡਾ ਆਨਸਰ ਹੈਗਾ ਜਿਹੜਾ ਇੱਥੇ ਆੜਾ ਆਏਗਾ। ਸਮਾਜ ਸ਼ਾਸਤਰੀ ਪ੍ਰਣਾਲੀ ਦਾ ਜਗਤ ਪ੍ਰਸਿੱਧ ਚਿੰਤਕ ਹੈ। ਇੱਥੇ ਸਾਡੇ ਕੋਲੇ ਜਿਹੜੇ 4 ਨੇ, ਵਿਕਟਰ ਸ਼ਕਲੋਵਸਕੀ ਰੂਪਵਾਦੀਆ, ਆਈ.ਏ. ਰਿਚਰਡ ਇਹ ਵੀ ਸੌਜਵਾਦੀਆ, ਨਾਰਥੋਫਰਾਈ ਜਿਹੜਾ ਹੈਗਾ ਇਹ ਵੀ ਵਿਖੰਡਨਵਾਦੀ ਹੈ। तो लूसियन गोल्डमान ਜਿਹੜਾ ਹੈਗਾ ਉਹ ਸਮਾਜ ਸ਼ਾਸਤਰੀ ਹੈ। तो ਸਮਾਜ ਸ਼ਾਸਤਰੀ ਪ੍ਰਣਾਲੀ ਦਾ ਨਾਲ ਸੰਬੰਧਿਤ ਹੈਗਾ, ਊੜਾ ਆਨਸਰ ਆਏਗਾ ਸਾਡਾ। ਸਾਹਿਤ ਇਤਿਹਾਸ ਦਾ ਆਧਾਰ ਹੈ। तो ਸਾਹਿਤ ਇਤਿਹਾਸ ਦਾ ਆਧਾਰ ਸਮਾਜਿਕਤਾ ਨਹੀਂ ਹੈ, ਰਾਜਨੀਤਿਕ ਵੀ ਨਹੀਂ ਤੇ ਇਤਿਹਾਸਕਤਾ ਵੀ ਨਹੀਂ, ਉਹ ਹੈ ਸਾਹਿਤਕਤਾ। ਸਾਹਿਤਕ ਪ੍ਰਵਿਰਤੀਆਂ ਹੀ ਸਾਹਿਤ ਦੇ ਇਤਿਹਾਸ ਦਾ ਆਧਾਰ ਹੁੰਦੀਆਂ ਨੇ। ਕਿਹੜੀ ਵਾਰ ਨੂੰ ਟੁੰਡੇ ਇਸ ਰਾਜੇ ਦੀ ਧੁਨੀ ਉੱਤੇ ਗਾਉਣ ਦਾ ਆਦੇਸ਼ ਹੈ? तो ਇਹਦੇ ਵਿੱਚ 4 ऑप्शन ने,
ਚੰਡੀ ਦੀ ਵਾਰ, ਮਾਝ ਕੀ ਵਾਰ, ਸੱਤੇ ਬਲਵੰਡੇ ਕੀ ਵਾਰ ਜਾਂ ਆਸਾ ਦੀ ਵਾਰ? ਤਾਂ ਆਨਸਰ ਸਾਡਾ ਹੈਗਾ ਜਿਹੜਾ ਉਹ ਸੱਸਾ ਹੈ। ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਆਸਾ ਕੀ ਵਾਰ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਦੇਸ਼ ਦੇ ਨਾਲ ਟੁੰਡੇ ਅਸਰਾਜੇ ਦੀ ਧੁਨੀ ਦੇ ਉੱਤੇ ਗਾਉਣ ਦਾ ਆਦੇਸ਼ ਜਿਹੜਾ ਹੈਗਾ ਉਹ ਲਾਗੂ ਕੀਤਾ ਗਿਆ। ਤਾਂ ਇਹ ਪੁਰਾਤਨ ਧੁਨੀ ਹੈਗੀ ਹੈ ਜਿਹਦੇ ਤੇ ਇਹ ਅਧਿਆਤਮਕ ਵਾਰ ਜਿਹੜੀ ਹੈਗੀ ਆ ਉਹ ਗਾਈ ਜਾਂਦੀ ਹੈਗੀ ਹੈ। ਤਾਂ ਇਹਦਾ ਆਨਸਰ ਸਾਡਾ ਸੱਸਾ ਆਏਗਾ। ਅਸਤਿਤਵਵਾਦ ਦਾ ਜਗਤ ਪ੍ਰਸਿੱਧ ਚਿੰਤਕ ਕੌਣ ਹੈ? ਤਾਂ ਇਹਨਾਂ ਵਿੱਚੋਂ ਗੌਟਹੋਲਡ ਲੈਸਿੰਗ, ਜੀਨ ਪਾਲ ਸਾਰਤਰ, ਹਾਈਡਿਗਰ ਤੇ ਐਮਰਸਨ। ਇਹਦੇ ਵਿੱਚੋਂ ਈਡੀ ਹੈ, ਹਾਈਡਿਗਰ ਜਿਹੜਾ ਹੈਗਾ ਉਹ ਅਸਤਿਤਵਵਾਦੀਆ ਹੈਗਾ, ਉਹ ਜ਼ਿਆਦਾ, ਹਾਲਾਂਕਿ ਜੀਨ ਪਾਲ ਸਾਰਤਰ ਵੀ ਅਸਤਿਤਵਵਾਦੀਆ ਹੀ ਹੈ, ਪਰ ਜਿਹੜਾ ਹਾਈਡਿਗਰ ਹੈਗਾ ਜਿਹੜਾ ਉਹ ਜਗਤ ਪ੍ਰਸਿੱਧ ਜਿਹੜਾ ਹੈਗਾ ਉਹਦਾ ਇਹਦੇ ਤੋਂ ਜੀਨ ਪਾਲ ਸਾਰਤਰ ਤੋਂ ਸਮਾਂ ਪਹਿਲਾਂ ਦਾ ਹੈਗਾ। ਤਾਂ ਇਸ ਕਰਕੇ ਜਿਹੜਾ ਹੈਗਾ ਅਸੀਂ ਉਹਨੂੰ ਈਡੀ ਨੂੰ ਹੀ ਇੱਥੇ ਮੰਨਾਂਗੇ। शब्द काव्य रूप है, रोमांटिक है नहीं, वृतांतक है नहीं, वर्णात्मक है नहीं। शब्द काव्य रूप धार्मिक हुंदा हैगा, धार्मिक प्रवृत्ति वाला शब्द काव्य रूप मन्निया गया है। मरसा मूल ना मुड़सा राहों जान तली पर तरसा, ये कित्थों है? ये पूरा जान तली पर तरसा, जब लग सास निराश ना होवा, मरनो मूल ना दरसा, जे रग रब कूक सस्सी दी सुनसी, जाए मिला पग परसा, हाशम नहीं शहीद हो वैसा, थल मारू विच मरसा। ये सस्सी हाशम दीयां लाइनां ने। जदों सस्सी पुन्नू नूं लभदी होई थल दे विच चली जांदी है ते उदों दा जिहड़ा वातावरण हैगा, जिहड़ा उदों दा भयानक जिहड़ी थल दी प्रवृत्ति हैगी उस नूं हाशम ने इत्थे ज़ाहिर कीता हैगा। तो सस्सी हाशम दे विचों लईआं गईआं लाइनां ने। ਸਾਹਿਤ ਕੀ ਹੈ? ਸਾਹਿਤ ਇੱਕ ਕਲਾ ਹੈ। ਸਾਹਿਤ ਇੱਕ ਕਲਾ ਹੈ, ਇੱਕ ਆਰਟ ਹੈ, ਮਨੁੱਖੀ ਅਨੁਭਵ ਦੀ ਕਲਾਤਮਕ ਪੇਸ਼ਕਾਰੀ ਹੁੰਦੀ ਹੈ। ਨਾ ਉਹ ਵਿਗਿਆਨ ਹੁੰਦਾ, ਨਾ ਵਿਹਾਰ ਹੁੰਦਾ ਤੇ ਨਾ ਸਿਧਾਂਤ ਹੁੰਦਾ। ਇੱਕ ਕਲਾ ਦਾ ਹੀ ਇੱਕ ਪੱਖ ਹੁੰਦਾ ਜਿਹੜਾ ਸਾਹਿਤ ਹੁੰਦਾ ਹੈਗਾ। ਸਾਹਿਤ ਸਮੀਖਿਆ ਦਾ ਮੁੱਖ ਪ੍ਰਯੋਜਨ ਕੀ ਹੈ? ਭਾਸ਼ਾਈ ਅਧਿਐਨ, ਵਿਅਕਤੀਗਤ ਅਧਿਐਨ, ਪਾਠਗਤ ਅਧਿਐਨ ਜਾਂ ਸੱਭਿਆਚਾਰਕ ਅਧਿਐਨ। ਨਾ ਤਾਂ ਇਹ ਭਾਸ਼ਾਈ ਅਧਿਐਨ ਹੁੰਦਾ ਹੈ, ਨਾ ਵਿਅਕਤੀਗਤ ਅਧਿਐਨ ਹੁੰਦਾ ਤੇ ਨਾ ਸੱਭਿਆਚਾਰਕ ਅਧਿਐਨ ਹੁੰਦਾ। ਇਹ ਪਾਠਗਤ ਅਧਿਐਨ ਹੁੰਦਾ ਹੈ। ਪਾਠ ਦਾ, ਟੈਕਸਟ ਦਾ ਅਧਿਐਨ ਭਾਸ਼ਾਈ ਸਮੀਖਿਆ ਦਾ ਮੁੱਖ ਪ੍ਰਯੋਜਨ ਹੁੰਦਾ ਹੈਗਾ। ਸਾਹਿਤ ਅਧਿਐਨ ਦਾ ਵਧੇਰੇ ਬਲ ਹੈ ਭਾਸ਼ਾ ਉੱਪਰ, ਅਰਥ ਉੱਪਰ, ਵਾਕ ਉੱਪਰ ਜਾਂ ਸ਼ਬਦ ਉੱਪਰ। ਤੋਂ ਸਾਹਿਤ ਅਧਿਐਨ ਦਾ ਜਿਹੜਾ ਬਲ ਹੈਗਾ ਉਹ ਦਿੱਤਾ ਜਾਂਦਾ ਹੈਗਾ ਭਾਸ਼ਾ ਦੇ ਉੱਪਰ। ਭਾਸ਼ਾ ਦੇ ਉੱਪਰ ਹੀ ਜਿਹੜਾ ਇਹਦਾ ਬਲ ਹੁੰਦਾ ਹੈਗਾ। ਨਾ ਤਿੰਨ ਚੀਜ਼ਾਂ ਜਿਹੜੀਆਂ ਪ੍ਰਾਇਮਰੀ, ਇਹ ਪ੍ਰਾਇਮਰੀ ਹੈ ਔਰ ਇਹ ਤਿੰਨੇ ਚੀਜ਼ਾਂ ਅੱਗੇ ਸੈਕੰਡਰੀ ਨੇ, ਇਹਦੇ ਵਰਣਾਤਮਕ ਰੂਪ ਹੈਗੇ ਨਾ। ਸਾਹਿਤ ਇਤਿਹਾਸ ਦਾ ਪ੍ਰਕਾਰਜ ਹੈ। ਤੱਥ ਨਿਰਣਾ, ਸਾਹਿਤਕ ਕਿਰਤ ਦੀ ਪ੍ਰਮਾਣਿਕਤਾ, ਭਾਸ਼ਾਈ ਮਹੱਤਤਾ, ਉੱਪਰ ਵਰਣਿਤ ਤਿੰਨੇ ਹੀ, ਇਹ ਤਿੰਨਾਂ ਨੂੰ ਹੀ ਸਾਹਿਤ ਦੇ ਇਤਿਹਾਸ ਦੇ ਵਿੱਚ ਜਿਹੜਾ ਹੈਗਾ ਵੇਖਿਆ ਜਾਂਦਾ। ਤੱਥਾਂ ਦਾ ਨਿਰਣਾ ਵੀ ਕੀਤਾ ਜਾਂਦਾ ਹੈ, ਕਿਰਤ ਦੀ ਪ੍ਰਮਾਣਿਕਤਾ ਵੀ ਦਰਸਾਈ ਜਾਂਦੀ ਤੇ ਭਾਸ਼ਾਈ ਮਹੱਤਤਾ ਨੂੰ ਵੀ ਬਿਆਨ ਕੀਤਾ ਜਾਂਦਾ ਹੈ। ਇਹ ਤਿੰਨੇ ਹੀ ਪਹਿਲੂ ਇਸ ਦੇ ਅੰਤਰਗਤ ਜਿਹੜੇ ਹੈਗੇ ਉਹ ਵਿਚਾਰੇ ਜਾਂਦੇ ਨੇ। ਸੋ ਇਸੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਵਿਖਿਆਨ ਹੈਗਾ ਅਸੀਂ ਇਹਨੂੰ ਇੱਥੇ ਹੀ ਵਿਰਾਮ ਲਾਉਨੇ ਆ। ਤੋ ਇਹਦੇ ਨਾਲ ਦੇ ਅਗਲੇ ਕੁਐਸਚਨ ਲੈ ਕੇ ਫਿਰ ਅਗਲੀ ਜਮਾਤ ਦੇ ਵਿੱਚ, ਫਿਰ ਅਗਲੇ ਵਿਖਿਆਨ ਦੇ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਧੰਨਵਾਦ।